गोविंद सिंह गुरु नमो चरण अरविंद। जिसमें अमृत ज्ञान है मानक भगत वैराग। गुरु ग्रंथ साहिब उदद बंदो कर अनुराग। कहाँ बुद्ध प्रभ तुच्छ हमारी बरन सकै महिमा जो तिहारी। हम ना सकत कर सिफत तुम्हारी आप हो तुम कथा सुधारी। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी। दोहरा बेहस कहियो सतगुर तब है फग्गो निकट बुलाए। सिखन ग्रह ते कार गुर लेकीनस इक थाए। वाहिगुरु जी का खालसा वाहिगुरु जी की फतेह। परम सन्मान जो गुरु की साजी नवाजी गुरु खालसा साध संगत जीओ। जिनके भाग बड़े हैं भाई तिन साधु संग मुख जुरे। आप जी अत्यंत बड़ भागे हो सतगुरां दी पावन पवित्र हजूरी च सुभाएमान हो के अपने मनुखा जीवन दीयां कीमती घड़ियां सफलियां कर रहे हो। निता प्रति सतगुरु जी का पावन इतिहास सरवण करते हो। धन धन श्री गुरु तेग बहादुर सच्चे पातशाह जी महाराज। तेग बहादुर सिमरिए घर नौ निधि आवे धाए। सब थाई होए सहाय। अपने सिखां दीयां भावना पूरियां करते होए महाराज पूरब नूं बयाना कीता है। जिवें ਸਾਹਿਬ ਕਲਗੀਧਰ पिता जी लिखते हैं मुरपित पूरब की इस बयाना। भांत भांत के तीर्थ नाना जब ही जात त्रिवेणी पहे। पुन दान दिन करत बितए तही प्रकाश हमारा भयो। पटना शहर बिखे भाव लयो। महाराज सच्चे पातशाह जदों पूरब नूं बयाना कीता ससराम नगर है ਉੱਥੇ ਜਾ ਕੇ ਭਾਈ ਫੱਗੋ ਮੱਲ ਦੇ ਨਵੇਂ ਮਕਾਨ ਦੀ ਮਹੂਰਤ ਕੀਤੀ ਹੈ। ਭਾਈ ਸਾਹਿਬ ਫੱਗੋ ਮੱਲ ਚਾਚਾ ਫੱਗੋ ਜਿਸ ਨੂੰ ਕਹਿੰਦੇ ਹਾਂ ਚਾਚਾ ਫੱਗੋ ਨੇ ਬੜਾ ਸੋਹਣਾ ਸੁੰਦਰ ਮਕਾਨ ਤਿਆਰ ਕੀਤਾ ਔਰ ਵੱਡਾ ਦਰਵਾਜ਼ਾ ਰੱਖਿਆ ਕਿ ਸਤਿਗੁਰੂ ਆਉਣਗੇ ਤਾਂ ਘੋੜੇ ਦੇ ਚੜ੍ਹੇ ਚੜ੍ਹਾਏ ਮੇਰੇ ਘਰ ਵਿੱਚ ਦਰਸ਼ਨ ਦੇਣਗੇ। ਅੰਤਰਜਾਮੀ ਸਤਿਗੁਰੂ ਚਾਚੇ ਫੱਗੂ ਦੇ ਘਰ ਜਾ ਚਰਨ ਪਾਏ। ਉਹ ਪ੍ਰਸੰਗ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ। ਸ਼ਹਿਰ ਦੀਆਂ ਸੰਗਤਾਂ ਬਹੁਤ ਪਿਆਰ ਨਾਲ ਗੁਰੂ ਸਾਹਿਬ ਦੀ ਸੇਵਾ ਕਰ ਰਹੀਆਂ। ਗੁਰੂ ਸਾਹਿਬ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਬੇਅੰਤ ਰੌਣਕਾਂ ਸ਼ਸ਼ਰਾਮ ਨਗਰ 'ਚ ਲੱਗੀਆਂ ਹਨ। ਅਨੰਤ ਨਵੇਂ ਪ੍ਰਾਣੀ ਗੁਰੂ ਘਰ ਨਾਲ ਜੁੜੇ ਹਨ। ਸਿੱਖੀ ਦਾ ਬਹੁਤ ਪ੍ਰਚਾਰ ਬਿਹਾਰ ਦੇਸ਼ ਵਿੱਚ ਹੋ ਰਿਹਾ ਹੈ। ਸੋ ਸਾਧ ਸੰਗਤ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਹਾਰਾਜ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਚਾਚਾ ਫੱਗੋ ਮੱਲ ਨੇ ਜੋ ਜੋ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਜੋ ਜੋ ਰਹਿਮਤਾਂ ਪ੍ਰਾਪਤ ਕੀਤੀਆਂ ਉਹਦਾ ਵਰਣਨ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਮਨ ਬਿਰਤੀਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਇਕਾਗਰ ਕਰਕੇ ਕਥਾ ਦਾ ਆਨੰਦ ਮਾਣੀਏ। ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੇਹਸ ਕਹਿਓ ਸਤਿਗੁਰ ਤਬ ਹੈ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਦਿਨ ਪ੍ਰਸੰਨ ਹੋ ਕੇ ਖੁਸ਼ ਹੋ ਕੇ ਚਾਚਾ ਫੱਗੋ ਮੱਲ ਨੂੰ ਕਹਿਣ ਲੱਗੇ ਫੱਗੋ ਨਿਕਟ ਬੁਲਾਏ। ਫੱਗੋ ਮੱਲ ਨੂੰ ਆਪਣੇ ਕੋਲ ਬੁਲਾਇਆ ਹੈ ਤੇ ਫੱਗੋ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਇਆ ਹੈ। ਸਿੱਖਨ ਗ੍ਰਹਿ ਤੇ ਕਾਰ ਗੁਰ। ਮਹਾਰਾਜ ਕਹਿਣ ਲੱਗੇ ਹੈ ਫੱਗੋ ਮੱਲ ਜੋ ਸਾਡੇ ਸਿੱਖ ਹਨ ਗੁਰੂ ਘਰ ਦੇ ਪ੍ਰੇਮੀ ਹਨ ਉਹਨਾਂ ਦੇ ਘਰਾਂ ਵਿੱਚੋਂ ਗੁਰੂ ਦੀ ਜੋ ਕਾਰ ਭੇਟਾ ਦਸਵੰਧ ਮਾਇਆ ਹੈ ਲੇਕੀਨਸ ਇਕ ਥਾਏ। ਉਹ ਸਾਰੀ ਇੱਕ ਥਾਂ ਤੇ ਇਕੱਠੀ ਕਰਕੇ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਓ। ਚੌਪਈ ਸੋ ਅਬ ਅਰਪਨ ਕੀਜਹਿ ਆਨ। ਜਿਹੜੀ ਤੁਸੀਂ ਗੁਰੂ ਘਰ ਦੀ ਕਾਰ ਭੇਟਾ ਸੰਗਤ ਕੋਲੋਂ ਇਕੱਠੀ ਕੀਤੀ ਹੋਈ ਹੈ ਦਸਵੰਧ ਕਿਸੇ ਕਿਸੇ ਗੁਰਸਿੱਖ ਨੇ ਕੋਈ ਕੌਡੀ ਦਮੜੀ ਜੋੜੀ ਹੈ ਕਿਸੇ ਨੇ ਲੱਖ ਕਿਸੇ ਨੇ ਕੱਖ ਜੋ ਵੀ ਕਿਸੇ ਕੋਲ ਤਿਲ ਫੁੱਲ ਮਾਇਆ ਹੈ ਉਹ ਸਾਰੀ ਇਕੱਤਰ ਕਰਕੇ ਗੁਰੂ ਦੇ ਖਜ਼ਾਨੇ ਵਿੱਚ ਹਾਜ਼ਰ ਕਰੋ। ਹਮ ਚਾਹਤ ਆਗੇ ਪ੍ਰਸਥਾਨ। ਕਿਉਂਕਿ ਹੁਣ ਅਸੀਂ ਅੱਗੇ ਹੋਰ ਨਗਰਾਂ ਨੂੰ ਹੋਰ ਸ਼ਹਿਰਾਂ ਨੂੰ ਪੂਰਬ ਵਾਲੇ ਪਾਸੇ ਪਟਨੇ ਵਾਲੇ ਪਾਸੇ ਜਾਣਾ ਹੈ।
ਸੋ ਤੁਸੀਂ ਆਪਣੀ ਕਾਰ ਭੇਟਾ ਦਸਵੰਧ ਲਿਆ ਕੇ ਸਾਰੇ ਨਗਰ ਸਸਰਾਮ ਦਾ ਗੁਰੂ ਚਰਨਾਂ 'ਚ ਹਾਜ਼ਰ ਕਰੋ। ਹਾਥ ਜੋਰ ਤਿਨ ਸਕਲ ਸੁਨਾਈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸੁਣ ਕੇ ਚਾਚਾ ਫੱਗੂ ਮੱਲ ਜੀ ਬੇਨਤੀ ਕਰਦੇ ਹਨ। ਕਹਿਓ ਜੋ ਮੈਂ ਆਗੇ ਇਕ ਥਾਈ। ਹੇ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਹੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਨ ਦਿਆਲ ਸਤਿਗੁਰੂ ਜੀ, ਮੈਂ ਅੱਗੇ ਸਾਰੀ ਮਾਇਆ ਇਕੱਠੀ ਕਰਕੇ ਸੋ ਗਿਨ ਗਿਨ ਪੈਸੇ ਲਗ ਸਾਰੇ। ਉਹ ਸਾਰੀ ਮਾਇਆ ਗਿਣ ਕੇ ਕਿਸੇ ਦੇ ਘਰ ਚੋਂ ਲੱਖ ਆਇਆ ਹੋਵੇ ਭਾਵੇਂ ਕੱਖ ਆਇਆ ਹੋਵੇ, ਜਿੰਨੀ ਵੀ ਕਿਸੇ ਸਿੱਖ ਦੀ ਦਸਵੰਧ ਭੇਟਾ ਸੀ, ਹੁੰਡੀ ਕੋ ਕਰਾਏ ਬਹੁ ਬਾਰੇ। ਉਹ ਮਹਾਰਾਜ ਪਿਛਲੇ ਸਾਲਾਂ ਦੀ ਜਿਹੜੀ ਮਾਇਆ ਹੁੰਦੀ ਸੀ, ਗੁਰੂ ਘਰ ਦਾ ਦਸਵੰਧ ਇਕੱਠਾ ਕਰਾ ਕੇ ਮੈਂ ਹੁੰਡੀ ਕਰਾ ਦਿੰਦਾ ਸੀ। ਸਾਧ ਸੰਗਤ ਜੀ, ਹੁੰਡੀ ਇੱਕ ਤਰ੍ਹਾਂ ਦਾ ਟਰੈਵਲ ਚੈੱਕ ਹੁੰਦਾ ਸੀ, ਜਿਹੜਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਵਾਸਤੇ ਬਹੁਤ ਸਾਰੇ ਪੈਸੇ ਚੁੱਕ ਕੇ ਲਿਜਾਣੇ ਔਖੇ ਹੁੰਦੇ ਸਨ। ਉਹਨਾਂ ਦਿਨਾਂ 'ਚ ਨੋਟ ਵੀ ਨਹੀਂ ਸਨ ਹੁੰਦੇ, ਰੁਪਈਏ ਚਾਂਦੀ ਦੇ, ਸੋਨੇ ਦੀਆਂ ਮੋਹਰਾਂ, ਤਾਂਬੇ ਦੇ ਪੈਸੇ ਹੁੰਦੇ ਸਨ। ਸੋ ਇੰਨਾ ਭਾਰ ਚੁੱਕ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ, ਬਿਹਾਰ ਤੋਂ ਪੰਜਾਬ ਜਾਣਾ ਬਹੁਤ ਮੁਸ਼ਕਲ ਸੀ। ਉਹਦੇ ਵਾਸਤੇ ਇੱਕ ਤਰ੍ਹਾਂ ਦਾ ਟਰੈਵਲ ਚੈੱਕ ਸ਼ਾਹੂਕਾਰਾਂ ਕੋਲੋਂ ਬਣਵਾਇਆ ਜਾਂਦਾ ਸੀ। ਜਿਵੇਂ ਅਸੀਂ ਅੱਜ ਕੱਲ੍ਹ ਬੈਂਕਾਂ ਤੋਂ ਟਰੈਵਲ ਚੈੱਕ ਲੈ ਲੈਂਦੇ ਹਾਂ ਅਤੇ ਜਿੱਥੇ ਕਿਸੇ ਨੂੰ ਦੇਣਾ ਹੋਵੇ ਲਿਖ ਕੇ ਚੈੱਕ ਦੇ ਦਿੰਦੇ ਹਾਂ। ਲੱਖਾਂ ਕਰੋੜਾਂ ਅਰਬਾਂ ਖਰਬਾਂ ਦਾ ਵਪਾਰ ਚੈੱਕਾਂ ਦੇ ਰਾਹੀਂ ਹੁੰਦਾ ਹੈ। ਉਸ ਜ਼ਮਾਨੇ ਵਿੱਚ ਸ਼ਾਹੂਕਾਰ ਇੱਕ ਕਾਗਜ਼ 'ਤੇ ਹੁੰਡੀ ਬਣਾ ਕੇ ਅਤੇ ਮੋਹਰ ਲਾ ਕੇ ਜਿਹੜੇ ਪੈਸੇ ਕਿਸੇ ਬੰਦੇ ਨੇ ਕਿਤੇ ਭੇਜਣੇ ਹੁੰਦੇ ਸਨ, ਉਹ ਸ਼ਾਹੂਕਾਰ ਆਪਣੇ ਕੋਲ ਰੱਖ ਲੈਂਦਾ ਸੀ, ਹੁੰਡੀ ਉਸ ਨੂੰ ਦੇ ਦਿੰਦਾ ਸੀ। ਉਹ ਮੰਨ ਲਓ ਕਿਸੇ ਨੇ ਬਿਹਾਰ ਤੋਂ ਦਿੱਲੀ ਆਉਣਾ ਹੈ, ਦਿੱਲੀ ਪੈਸੇ ਕਢਾਉਣੇ ਹਨ, ਉਹ ਦਿੱਲੀ ਦੇ ਸ਼ਾਹੂਕਾਰ ਦੇ ਨਾਂ 'ਤੇ ਹੁੰਡੀ ਬਣਾ ਦਿੰਦਾ ਸੀ। ਤੁਸੀਂ ਉਸ ਸ਼ਾਹੂਕਾਰ ਕੋਲ ਜਾਓ, ਹੁੰਡੀ ਉਸ ਨੂੰ ਦਿਓ ਅਤੇ ਪੈਸੇ ਲੈ ਲਓ। ਜਿਹਨੇ ਦਿੱਲੀ ਤੋਂ ਲਾਹੌਰ ਜਾਣਾ, ਉਹਨੂੰ ਵੀ ਪੈਸੇ ਚੁੱਕ ਕੇ ਜਾਣ ਦੀ ਲੋੜ ਨਹੀਂ, ਪੈਸੇ ਜਮ੍ਹਾਂ ਕਰਾ ਦੇਵੇ ਸ਼ਾਹੂਕਾਰ ਕੋਲ, ਉਹ ਸ਼ਾਹੂਕਾਰ ਕੋਲੋਂ ਹੁੰਡੀ ਬਣਵਾ ਲਵੇ ਅਤੇ ਉਹ ਦੂਸਰੇ ਸ਼ਹਿਰ ਵਿੱਚ ਜਾ ਕੇ ਹੁੰਡੀ ਦੇ ਕੇ ਉੱਥੋਂ ਪੈਸੇ ਲੈ ਲਵੇ। ਇਹ ਸਿਸਟਮ ਸੀ, ਬਹੁਤ ਪੁਰਾਣੇ ਜ਼ਮਾਨੇ ਤੋਂ ਚੱਲਿਆ ਆਉਂਦਾ। ਸੋ ਭਾਈ ਫੱਗੂ ਮੱਲ ਕਹਿੰਦਾ, ਮਹਾਰਾਜ ਪਹਿਲੇ ਗੁਰੂ ਸਾਹਿਬਾਂ ਦੇ ਸਮੇਂ, 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ ਦੇ ਸਮੇਂ, 8ਵੇਂ ਪਾਤਸ਼ਾਹ ਦੇ ਸਮੇਂ ਜਿੰਨੀ ਮਾਇਆ ਇਕੱਠੀ ਹੁੰਦੀ ਸੀ, ਹਰ ਸਾਲ ਮੈਂ ਹੁੰਡੀ ਕਰਾ ਕੇ ਭੇਜਦਾ ਰਿਹਾ ਹਾਂ। ਰਹਿਓ ਹਜ਼ੂਰ ਪੁਚਾਵਤ ਸੋਈ। ਉਹ ਮਹਾਰਾਜ ਗੁਰੂ ਘਰ ਦੇ ਵਿੱਚ ਮੈਂ ਆਪ ਜੀ ਦੇ ਹਜ਼ੂਰ ਪਹੁੰਚਾਉਂਦਾ ਰਿਹਾ ਹਾਂ। ਛਾਨੀ ਨਹੀਂ ਆਪ ਤੇ ਕੋਈ। ਇਹ ਸਤਿਗੁਰੂ ਆਪ ਜੀ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ। ਆਪ ਘਟ ਘਟ ਦੀ ਜਾਣਨ ਵਾਲੇ ਹੋ। ਆਪ ਜੀ ਸੱਚੇ ਪਾਤਸ਼ਾਹ ਅੰਤਰਜਾਮੀ ਹੋ। ਆਪ ਜੀ ਨੂੰ ਪਤਾ ਹੈ ਕਿ ਮੈਂ ਪਿਛਲਾ ਸਾਰਾ ਦਸਵੰਧ ਕਈ ਸਾਲਾਂ ਦਾ, ਕਿਉਂਕਿ ਉਸ ਇਲਾਕੇ ਦਾ ਚਾਚਾ ਫੱਗੂ ਮੱਲ ਮਸੰਦ ਵੀ ਸੀ, ਸੰਗਤਾਂ ਜਿਹੜੀਆਂ ਸਨ ਉਹਦੇ ਤਾਬੇ ਚੱਲਦੀਆਂ ਸਨ। ਸਾਰੀ ਸੰਗਤ ਦੀ ਕਾਰ ਭੇਟਾ ਇਕੱਠੀ ਕਰਕੇ ਗੁਰੂ ਘਰ 'ਚ ਭੇਜਣਾ ਇਹ ਫੱਗੂ ਮੱਲ ਦੀ ਜ਼ਿੰਮੇਵਾਰੀ ਸੀ। ਬਹੁਤ ਪ੍ਰੇਮੀ ਸ਼ਰਧਾਲੂ ਗੁਰਸਿੱਖ ਸੀ ਗੁਰੂ ਘਰ ਦਾ। ਸੋ ਕਹਿੰਦਾ, ਸੱਚੇ ਪਾਤਸ਼ਾਹ ਮੈਂ ਸੰਗਤ ਦੀ ਕੌਡੀ ਕੌਡੀ, ਪੈਸਾ ਪੈਸਾ ਗੁਰੂ ਘਰ 'ਚ ਭੇਜ ਚੁੱਕਾ ਹਾਂ। ਅਬ ਬਾਕੀ ਜੇ ਤੱਕ ਧਨ ਕੀਨਾ। ਹੁਣ ਜਿੰਨਾ ਕੁ ਥੋੜਾ ਬਾਲਾ ਇਹ ਸਾਲ 2 ਸਾਲ ਦਾ ਧਨ ਨਹੀਂ ਗਿਆ, ਭਾਵ ਅਜੇ ਥੋੜੇ ਸਮੇਂ ਦੀ ਮਾਇਆ ਜਿਹੜੀ ਜਮ੍ਹਾਂ ਹੈ ਮੇਰੇ ਖਜ਼ਾਨੇ ਵਿੱਚ, ਸੋ ਸਭ ਚਾਹੋਂ ਆਪ ਕੋ ਦੀਨਾ। ਇਹ ਮਹਾਰਾਜ ਉਹ ਮੈਂ ਆਪ ਜੀ ਨੂੰ ਦੇਣੀ ਚਾਹੁੰਦਾ ਹਾਂ। ਭਾਵ ਬਹੁਤੇ ਸਾਲਾਂ ਦਾ ਦਸਵੰਧ ਤਾਂ ਮੈਂ ਪਹਿਲਾਂ ਭੇਜ ਚੁੱਕਾ ਹਾਂ। ਇਹ ਥੋੜ੍ਹੇ ਜਿਹੇ ਸਮੇਂ, ਸਾਲ 6 ਮਹੀਨੇ ਦੀ ਦਸਵੰਧ ਕਾਰ ਭੇਟਾ ਸਾਡੇ ਸ਼ਹਿਰ ਦੀ, ਉਹ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰਨਾ ਚਾਹੁੰਦਾ ਹਾਂ। ਇਮ ਕਹਿ ਦਿਓ ਦਰਬ ਕੋ ਆਨ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸਾਰੀ ਕਾਰ ਭੇਟਾ ਇਕੱਠੀ ਕਰਕੇ ਲਿਆ ਰੱਖੀ। ਜੋ ਸਿੱਖਿਅਨ ਤੇ ਲੀਨ ਮਹਾਨ। ਜੋ ਗੁਰੂ ਕੇ ਸਿੱਖਾਂ ਤੋਂ ਖਜ਼ਾਨਾ ਮਾਇਆ ਉਤਰੀ ਸੀ, ਕਿਸੇ ਨੇ ਕੌਡੀ, ਕਿਸੇ ਨੇ ਦਮੜੀ, ਕਿਸੇ ਨੇ ਰੁਪਈਆ, ਕਿਸੇ ਨੇ ਮੋਹਰ, ਕਿਸੇ ਨੇ ਬਸਤਰ, ਕਿਸੇ ਨੇ ਕੋਈ ਗਹਿਣਾ, ਜੋ ਵੀ ਕਿਸੇ ਗੁਰਸਿੱਖ ਨੇ ਦਿੱਤਾ ਸੀ ਦਸਵੰਧ ਗੁਰੂ ਘਰ ਵਾਸਤੇ, ਉਹ ਸਾਰਾ ਇਕੱਠਾ ਕਰਕੇ
ਭਿਖ ਸਤਿਗੁਰ ਨੇ ਤਿਹ ਸੋ ਕਹਿਓ। ਸ੍ਰੀ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਫਗੋਮਲ ਵੱਲੋਂ ਲਿਆਂਦੀ ਹੋਈ ਇਕੱਠੀ ਕਾਰ ਭੇਟਾ ਵੇਖ ਕੇ ਕਹਿਣ ਲੱਗੇ, ਅਪਰ ਲਿਆਓ ਜੋ ਬਾਕੀ ਰਹਿਓ। ਕਹਿੰਦੇ ਚਲੋ ਇਹ ਤਾਂ ਆ ਗਈ, ਜਿਹੜੀ ਬਾਕੀ ਰਹਿੰਦੀ ਹੈ ਹੋਰ ਭੇਟਾ ਉਹ ਵੀ ਲੈ ਕੇ ਆਓ। ਹਮਰੇ ਹਿਤ ਜੋ ਕਿਛ ਕਿਸ ਦੀਨਾ। ਸਾਡੇ ਵਾਸਤੇ ਜੋ ਵੀ ਕਿਸੇ ਨੇ ਕੋਈ ਕੌਡੀ ਦਮੜੀ ਮਾਇਆ ਦਿੱਤੀ ਹੈ ਨਾ, ਉਹ ਭਾਈ ਸਾਨੂੰ ਹੀ ਦਿਓ, ਉਹ ਆਪਣੇ ਘਰ ਨਾ ਰੱਖੋ। ਸੋ ਅਬ ਦੇਹੋ ਜੋ ਤੁਵ ਕਰ ਲੀਨਾ। ਉਹ ਜੋ ਵੀ ਤੇਰੇ ਹੱਥ ਵਿੱਚ ਹੈ, ਜੋ ਤੈਨੂੰ ਸਿੱਖਾਂ ਨੇ ਗੁਰੂ ਵਾਸਤੇ ਫੜਾਇਆ ਹੈ, ਭਾਵੇਂ ਉਹ ਇੱਕ ਦਮੜੀ ਹੈ, ਇੱਕ ਕੌਡੀ ਹੈ, ਇੱਕ ਪੈਸਾ ਹੈ, ਤਾਂ ਵੀ ਇੱਥੇ ਜਮ੍ਹਾਂ ਕਰਾਓ। ਸੁਨ ਫੱਗੋ ਮਨ ਮਹਿ ਬਿਸਮਾਨਿਓ। ਗੁਰੂ ਸਾਹਿਬ ਦਾ ਇਹ ਬਚਨ ਸੁਣ ਕੇ ਫੱਗੋਮਲ ਮਨ 'ਚ ਬੜਾ ਬਿਸਮਾਦ ਵਿੱਚ ਆਇਆ, ਬੜਾ ਹੈਰਾਨ ਹੋਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮੈਂ ਕੁਛ ਵੀ ਨਹੀਂ ਛੁਪਾਉਂਦਾ। ਮੈਂ ਤਾਂ ਸਤਿਗੁਰਾਂ ਦੀ ਕੌਡੀ ਦਮੜੀ ਮਾਇਆ ਤਿਲ ਫੁੱਲ ਸਾਰੀ ਬੜੀ ਇਮਾਨਦਾਰੀ ਨਾਲ ਗੁਰੂ ਦੇ ਖਜ਼ਾਨੇ ਜਮ੍ਹਾਂ ਕਰਾਂਦਾ ਹਾਂ, ਤੇ ਹੁਣ ਵੀ ਮੇਰੇ ਕੋਲ ਜਿੰਨੀ ਗੁਰੂ ਕੀ ਕਾਰ ਭੇਟਾ ਇਕੱਠੀ ਹੋਈ ਸੀ ਮੈਂ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤੀ ਹੈ। ਫਿਰ ਵੀ ਸਤਿਗੁਰੂ ਕਹਿੰਦੇ ਆ ਜਿਹੜਾ ਤੂੰ ਅਜੇ ਨਹੀਂ ਦਿੱਤਾ ਉਹ ਵੀ ਦੇ। ਸੋ ਇਸ ਗੱਲ ਤੋਂ ਚਾਚਾ ਫੱਗੂਮਲ ਬੜਾ ਹੈਰਾਨ ਹੋਇਆ। ਇਹ ਕਿਆ ਸਤਿਗੁਰ ਬਾਕ ਬਖਾਨਿਓ। ਮਨ ਵਿੱਚ ਬੜਾ ਸੋਚਾਂ 'ਚ ਪੈ ਗਿਆ ਵੀ ਸਤਿਗੁਰੂ ਜੀ ਨੇ ਇਹ ਬਚਨ ਕੀ ਕਰ ਦਿੱਤਾ ਹੈ। ਮੋ ਢਿਗ ਤੋ ਅਬ ਕੁਛ ਨਹਿ ਰਹਿਓ। ਕਿਉਂਕਿ ਮੇਰੇ ਕੋਲ ਤਾਂ ਹੁਣ ਗੁਰੂ ਘਰ ਦੀ ਕਾਰ ਭੇਟਾ ਕੋਈ ਰਹੀ ਨਹੀਂ। ਮੈਂ ਗੁਰੂ ਘਰ ਦੀ ਮਾਇਆ ਦੇ ਵਿੱਚ ਅਮਾਨਤ ਵਿੱਚ ਕੋਈ ਖਿਆਨਤ ਨਹੀਂ ਕਰਦਾ, ਗੁਰੂ ਕਾ ਪ੍ਰੇਮੀ ਸਿੱਖ ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕੌਡੀ ਦਮੜੀ ਧੇਲਾ ਪੈਸਾ ਸਭ ਮੈਂ ਜਮ੍ਹਾਂ ਕਰਾ ਦਿੱਤਾ ਹੈ। ਇਹ ਕਿਮ ਜਚ ਹੈ ਕਿਆ ਉਰ ਲਹਿਓ। ਇਹ ਸਤਿਗੁਰੂ ਜੀ ਕੀ ਕਿਉਂ ਮੰਗ ਰਹੇ ਹਨ, ਕੀ ਜਾਚ ਰਹੇ ਹਨ, ਕਿਹੜੀ ਕਾਰ ਭੇਟਾ ਜਿਹੜੀ ਮੈਂ ਛੁਪਾਈ ਹੈ। ਕੂਰ ਬਾਕ ਇਹ ਕਹੈ ਨਾ ਕਿਉ ਹੂੰ। ਫਿਰ ਫੱਗੋਮਲ ਨੂੰ ਪਤਾ ਵੀ ਇਹ ਪੂਰੇ ਸਤਿਗੁਰੂ ਅੰਤਰਜਾਮੀ ਹਨ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗੇ ਕੀਚਾ ਅਰਦਾਸ। ਇਹ ਤਾਂ ਹਿਰਦੇ ਦੀ ਜਾਣਨ ਵਾਲੇ ਸਤਿਗੁਰੂ ਹਨ, ਝੂਠ ਬਚਨ ਇਹ ਕਹਿ ਨਹੀਂ ਸਕਦੇ। ਮੁਝ ਢਿਗ ਰਹਿਓ ਨਾ ਸਤ ਪੀਓ ਹੂੰ। ਇਧਰ ਮੈਂ ਵੀ ਸੱਚਾ ਹਾਂ, ਮੇਰੇ ਕੋਲ ਕੋਈ ਕੌਡੀ ਦਮੜੀ ਨਹੀਂ ਰਹੀ। ਚਿਤ ਚਿਤਵਤ ਬਿਤਵਤ ਤਿਸ ਕਾਲ। ਇਸ ਤਰ੍ਹਾਂ ਉਸ ਮਾਇਆ ਬਾਰੇ ਜਿਹੜਾ ਗੁਰੂ ਘਰ ਦਾ ਦਸਵੰਧ ਦਿੱਤਾ ਸੀ, ਚਾਚਾ ਫੱਗੂਮਲ ਸੋਚਾਂ 'ਚ ਪੈ ਗਿਆ। ਇੱਕ ਸਿਖਨੀ ਗਤ ਕੀਨ ਸੰਭਾਲ। ਤੇ ਸੋਚਦਿਆਂ ਇੱਕ ਸਿੱਖਣੀ ਦੀ ਗੱਲ ਯਾਦ ਆ ਗਈ। ਇੱਕ ਗਰੀਬ ਪਰਿਵਾਰ ਦੀ ਕਹਾਣੀ, ਇੱਕ ਗੁਰੂ ਕੇ ਪ੍ਰੇਮੀ ਸਿੱਖ ਪਰਿਵਾਰ ਦੀ ਦਸ਼ਾ, ਉਹ ਇੱਕ ਗਰੀਬ ਸਿੱਖਣੀ ਦੇ ਘਰ ਦਾ ਬਚਨ ਯਾਦ ਆ ਗਿਆ। ਸੁਨਹੁ ਪ੍ਰਭੂ ਜੋ ਮੈਂ ਨਹਿ ਦੀਨਾ। ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ ਸਤਿਗੁਰੂ ਜੀ, ਮੈਂ ਦੱਸਦਾ ਹਾਂ, ਇੱਕ ਘਰ ਦੀ ਕਾਰ ਭੇਟਾ ਮੈਂ ਆਪ ਜੀ ਨੂੰ ਨਹੀਂ ਦਿੱਤੀ। ਆਪ ਸਿਮਰ ਚਾਹੋ ਜਿਸ ਲੀਨਾ। ਮੈਨੂੰ ਹੁਣ ਯਾਦ ਆਇਆ ਵੀ ਆਪ ਜੀ ਨੂੰ ਯਾਦ ਹੈ, ਮੈਂ ਭੁੱਲ ਗਿਆ ਸੀ। ਜਿਸ ਨੂੰ ਆਪ ਚੇਤੇ ਕਰਕੇ ਮੰਗ ਰਹੇ ਹੋ, ਉਹ ਭੇਟਾ ਮੈਂ ਆਪ ਜੀ ਨੂੰ ਨਹੀਂ ਦਿੱਤੀ, ਉਹ ਮੈਂ ਆਪਣੇ ਕੋਲ ਹੀ ਰੱਖੀ ਹੋਈ ਹੈ। ਇੱਕ ਦਿਨ ਇੱਕ ਸਿੱਖ ਕੇ ਘਰ ਗਇਓ। ਹੇ ਸੱਚੇ ਪਾਤਸ਼ਾਹ, ਮੈਂ ਇੱਕ ਦਿਨ ਕਾਰ ਭੇਟਾ ਇਕੱਠੀ ਕਰਨ ਵਾਸਤੇ ਸੰਗਤਾਂ ਦੇ ਘਰਾਂ ਵਿੱਚ ਗਿਆ ਸੀ। ਸੰਗਤਾਂ ਨੇ ਆਪੋ ਆਪਣੇ ਵੱਲੋਂ ਜੋ ਰੱਖਿਆ ਸੀ, ਗੁਰੂ ਕੇ ਨਿਮਿਤ ਕੌਡੀ ਦਮੜੀ ਮਾਇਆ ਤਿਲ ਫੁੱਲ ਵੱਧ ਘੱਟ ਜੋ ਵੀ ਸੀਗਾ, ਉਹ ਸਾਰਾ ਮੈਨੂੰ ਦਿੱਤਾ। ਤੇ ਮੈਂ ਉਗਰਾਹੀ ਕਰਦਾ ਕਰਦਾ ਗੁਰੂ ਘਰ ਦੀ ਕਾਰ ਭੇਟਾ ਇਕੱਠੀ ਕਰਦਾ ਇੱਕ ਬਹੁਤ ਗਰੀਬ ਸਿੱਖ ਦੇ ਘਰ ਗਿਆ। ਤਹਾਂ ਨਾ ਸਿੱਖ ਕੋ ਦੇਖਤ ਪਇਓ। ਤੇ ਉਹ ਘਰ ਦੇ ਵਿੱਚ ਸਿੱਖ ਘਰ ਨਹੀਂ ਸੀ, ਕਿਤੇ ਬਾਹਰ ਕੰਮ ਤੇ ਗਿਆ ਹੋਇਆ ਸੀ। ਸਿੱਖਨੀ ਹੋਤੀ ਤਿਸੀ ਸੰਗ ਪਾਖੀ। ਕਹਿੰਦੇ ਉਸ ਸਿੱਖ ਦੀ ਘਰ ਵਾਲੀ ਗੁਰੂ ਕੀ ਸਿੱਖਣੀ ਘਰ ਵਿੱਚ ਸੀ। ਮੈਂ ਉਸ ਬੀਬੀ ਨੂੰ ਆਖਿਆ, ਦੇਹੋ ਗੁਰ ਕਾਰ ਜੋ ਹੈ ਘਰ ਰਾਖੀ। ਵੀ ਭੈਣਾ, ਗੁਰੂ ਮਹਾਰਾਜ ਦੀ ਦਸਵੰਧ ਕਾਰ ਭੇਟਾ ਜੋ ਘਰ ਵਿੱਚ ਹੈ ਕੋਈ, ਉਹ ਦਿਓ।
ਮਹਾਰਾਜ ਦੇ ਚਰਨਾਂ 'ਚ ਹਾਜ਼ਰ ਕਰਨੀ ਹੈ। ਕਹਿਣ ਲਗੀ ਸਿੱਖ ਨਾਹਨ ਕਰੋ। ਉਹ ਬੀਬੀ ਕਹਿਣ ਲੱਗੀ, ਬਾਬਾ ਫੱਗੂ ਮੱਲ, ਮੇਰੀ ਘਰਵਾਲੀ ਤੇ ਮੇਰਾ ਘਰਵਾਲਾ ਤਾਂ ਇਸ ਵੇਲੇ ਘਰ ਹੈ ਨਹੀਂ, ਉਹਦਾ ਕੰਮ ਤੇ ਗਿਆ ਹੋਇਆ ਹੈ। ਨਿਕਟ ਨ ਕੁਛ ਦੈਬੋ ਕਿਆ ਕਰੂੰ। ਮੇਰੇ ਕੋਲ ਕੁਛ ਹੈ ਨਹੀਂ, ਮੈਂ ਕੀ ਦਿਆਂ। ਸੁਨ ਕੈ ਪੁਨ ਮੈਂ ਬੋਲਿਓ ਤਾਂ ਸੋ। ਤੋ ਫੱਗੂ ਮੱਲ ਦੱਸਦਾ ਹੈ ਵੀ ਉਸ ਸਿੱਖਣੀ ਦਾ ਬਚਨ ਸੁਣ ਕੇ ਮੈਂ ਉਸ ਨੂੰ ਆਖਿਆ ਜੋ ਕਿਛ ਹੋਏ ਦੇਹੋ ਨਿਜ ਪਾਸੋਂ। ਵੀ ਜੋ ਕੁਝ ਵੀ ਹੈ ਤੇਰੇ ਕੋਲ ਉਹ ਹੀ ਦੇ ਦੇ। ਜੋ ਵੀ ਗੁਰੂ ਘਰ ਵਾਸਤੇ ਬੀਬੀ ਤੂੰ ਦੇ ਸਕਦੀ ਹੈ, ਭਾਵੇਂ ਕੌਡੀ ਦੇ ਦੇ, ਕੋਈ ਤਿਲ ਫੁੱਲ ਜੋ ਵੀ ਹੈ ਘਰ ਵਿੱਚ ਦਸਵੰਧ ਦਾ, ਉਹ ਦੇ ਦੇ ਗੁਰੂ ਕਾ। ਜੋ ਦੇਵ ਹੈ ਸੋ ਮੈਂ ਲੈ ਜਾਊ। ਇਹ ਬੀਬੀ ਭੈਣਾ ਜੋ ਵੀ ਤੂੰ ਦਵੇਂਗੀ ਗੁਰੂ ਘਰ ਵਾਸਤੇ ਮੈਂ ਉਹੀ ਲੈ ਜਾਵਾਂਗਾ। ਸਤਿਗੁਰ ਪਾਸ ਦੇ ਪਹੁੰਚਾਊ। ਤੇ ਮੈਂ ਤੇਰੇ ਘਰ ਦੀ ਉਹ ਭੇਟਾ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰ ਕਰ ਦਿਆਂਗਾ। ਨਿਰਧਨ ਸਿੱਖ ਗਰੀਬ ਕੋ ਧਾਮ। ਇਹ ਗਰੀਬ ਨਵਾਜ਼ ਸਤਿਗੁਰੂ, ਉਹ ਸਿੱਖਾਂ ਦਾ ਘਰ ਬਹੁਤ ਗਰੀਬ ਘਰ ਸੀਗਾ, ਬਹੁਤ ਗਰੀਬ ਸਿੱਖ ਦਾ ਘਰ ਸੀ, ਬਾਹਲੀ ਗਰੀਬੀ ਸੀ ਉੱਥੇ। ਕਾਲ ਨਿਬਾਹਤ ਕਰ ਪਰ ਕਾਮ। ਉਹ ਲੋਕਾਂ ਦੇ ਘਰਾਂ 'ਚ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬਾਲ ਬੱਚੇ ਪਾਲਦੇ ਸਨ, ਬਾਹਲੇ ਗਰੀਬ ਸਨ। ਭਈ ਸੋ ਕੋਪ ਸੁਨੇ ਬਚ ਮੇਰੇ। ਗਰੀਬੀ ਕਰਕੇ ਘਰ ਦੀ ਦਸ਼ਾ ਬੜੀ ਮਾੜੀ ਸੀ। ਮੈਂ ਜਦੋਂ ਬਾਰ-ਬਾਰ ਉਹਨੂੰ ਆਖਿਆ ਵੀ ਕੁਝ ਹੀ ਦੇ ਦੇ, ਉਹ ਗੁੱਸੇ 'ਚ ਆ ਗਈ, ਨਾਰਾਜ਼ ਹੋ ਗਈ। ਐਸੇ ਕਹਿਣ ਲਗੀ ਤਿਸ ਬੇਰੇ। ਤੇ ਉਹ ਸਿੱਖਣੀ ਗੁੱਸੇ 'ਚ ਆ ਕੇ ਮੈਨੂੰ ਇਸ ਤਰ੍ਹਾਂ ਕਹਿਣ ਲੱਗੀ, ਜੋ ਜੇ ਕਰ ਛੂਛਾ ਗਮਨਤ ਨਾਹੇ। ਕਹਿਣ ਲੱਗੀ ਫੱਗੋ ਮੱਲ ਨੂੰ, ਚਾਚਾ ਫੱਗੋ ਮੱਲ ਨੂੰ ਕਹਿੰਦੀ, ਬਾਬਾ ਜੇ ਤੂੰ ਵਾਪਸ ਨਹੀਂ ਜਾਂਦਾ ਖਾਲੀ, ਕੂੜਾ ਪਰਿਓ ਅਜਰ ਲੈ ਜਾਹੇ। ਇਸ ਵੇਲੇ ਤੇ ਸਾਡੇ ਘਰ ਆ ਕੂੜਾ ਹੀ ਪਿਆ, ਝਾੜੂ ਫੇਰ ਕੇ ਵਿਹੜੇ ਦਾ ਕੂੜਾ ਸੰਭਰ ਕੇ ਇਕੱਠਾ ਕੀਤਾ ਹੋਇਆ ਸੀ। ਕਹਿੰਦੀ ਆ ਲੈ ਜਾ ਫਿਰ ਤੂੰ। ਮੈਂ ਤੈਨੂੰ ਆਖਿਆ ਵੀ ਸਾਡੇ ਘਰ ਇਸ ਵੇਲੇ ਕੁਛ ਨਹੀਂ ਹੈ, ਜਦੋਂ ਮੇਰਾ ਘਰ ਵਾਲਾ ਆਵੇਗਾ ਕੋਈ ਦਿਹਾੜੀ ਦੱਪਾ ਕਰਕੇ ਮਜ਼ਦੂਰੀ ਕਰਕੇ ਕੋਈ ਲਿਆਵੇਗਾ, ਉਹਦੇ ਵਿੱਚੋਂ ਜੇ ਕੋਈ ਬਚੇਗਾ ਗੁਰੂ ਘਰ ਵਾਸਤੇ ਭੇਜ ਦਿਆਂਗੇ। ਜੋ ਵੀ ਸਾਡੇ ਕੋਲੋਂ ਸੇਵਾ ਹੋ ਸਕੀ ਗਰੀਬੀ ਦਾਵੇ ਦੀ ਕਰਾਂਗੇ, ਪਰ ਤੂੰ ਹੁਣ ਖੇੜੇ ਹੀ ਪੈ ਗਿਆ ਵੀ ਹੁਣੇ ਹੀ ਲੈ ਕੇ ਜਾਣਾ, ਤਾਂ ਫਿਰ ਮੇਰੇ ਘਰ ਇਸ ਵੇਲੇ ਇਸ ਕੂੜੇ ਤੋਂ ਇਲਾਵਾ ਕੁਛ ਨਹੀਂ ਹੈ। ਅਪਰ ਕਹਾਂ ਦੇਵੋ ਤੁਮ ਹਾਥ। ਹੋਰ ਮੈਂ ਤੈਨੂੰ ਕੀ ਦਿਆਂ ਹੁਣ? ਜਦੋਂ ਮੈਂ ਆਖਿਆ ਵੀ ਮੇਰਾ ਪਤੀ ਆਵੇਗਾ ਤੇ ਉਦੋਂ ਤੈਨੂੰ ਸਭ ਕੁਝ ਜੋ ਵੀ ਸਾਡੇ ਕੋਲ ਹੋਵੇਗਾ ਅਸੀਂ ਦਸਵੰਧ ਆਪਣੇ ਵੱਲੋਂ ਕੱਢਾਂਗੇ ਥੋੜਾ ਬਾਲਾ, ਪਰ ਹੁਣ ਇਸ ਵੇਲੇ ਸਾਡੇ ਘਰ ਤੇ ਖਾਣ ਨੂੰ ਆਟਾ ਵੀ ਕੋਈ ਨਹੀਂ। ਸ਼ਾਮ ਨੂੰ ਹੀ ਅਸੀਂ ਆਪਣੇ ਬੱਚਿਆਂ ਵਾਸਤੇ ਕੁਝ ਕਮਾ ਕੇ ਲਿਆਣਾ ਹੈ ਤੇ ਤੁਰਤ ਪਕਾਣਾ ਤੇ ਤੁਰਤ ਖਾਣਾ। ਇਸ ਕਰਕੇ ਸਾਡੇ ਘਰ ਗਰੀਬੀ ਦੀ ਦਸ਼ਾ ਵੇਖ ਤੇ ਹੁਣ ਚਲਾ ਜਾ ਵਾਪਸ, ਤੇ ਜੇ ਤੂੰ ਨਹੀਂ ਮੁੜਦਾ ਤੇ ਆ ਫਿਰ ਕੂੜਾ ਲੈ ਜਾ। ਲਿਆਏ ਕਮਾਏ ਨਾ ਘਰ ਕੋ ਨਾਥ। ਹਾਂ, ਮੇਰਾ ਘਰ ਵਾਲਾ ਇਸ ਵੇਲੇ ਘਰ ਨਹੀਂ, ਉਹ ਲਿਆ ਕੇ ਆਵੇਗਾ, ਕੁਝ ਕਮਾਈ ਕਰਕੇ ਲਿਆਏਗਾ, ਫਿਰ ਅਸੀਂ ਰੋਟੀ ਖਾਵਾਂਗੇ। ਮੈਂ ਸੁਨ ਬਿਨਾ ਕੀਨ ਤਬ ਇਹੋ। ਹਾਂ, ਫੱਗੂ ਮੱਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੱਸ ਰਿਹਾ ਹੈ, ਹੇ ਸੱਚੇ ਪਾਤਸ਼ਾਹ, ਉਸ ਬੀਬੀ ਦਾ ਬਚਨ ਸੁਣ ਕੇ ਮੈਂ ਆਖਿਆ, ਹਿਰਦੇ ਭਾਵਨਾ ਸੋ ਤੁਮ ਦੇਹੋ। ਇਹ ਭੈਣਾ ਵੀ ਜਿਹੜੀ ਤੇਰੀ ਭਾਵਨਾ ਤੂੰ ਉਹੀ ਦੇ ਦੇ। ਮੈਂ ਤੈਨੂੰ ਇਹੀ ਕਿਹਾ ਨਾ ਵੀ ਜੋ ਵੀ ਤੇਰੀ ਭਾਵਨਾ ਤੂੰ ਦੇ ਦੇ ਮੈਂ ਲੈ ਜਾਵਾਂਗਾ। ਭਰ ਅੰਜੁਲ ਰਿਸ਼ਤੇ ਉਰ ਪੂਰਾ। ਉਹ ਮਾਈ ਨੂੰ ਗੁੱਸਾ ਆ ਗਿਆ, ਤੇ ਗੁੱਸਾ ਗਰੀਬੀ ਕਰਕੇ ਆ ਹੀ ਜਾਂਦਾ। ਜਦੋਂ ਕਿਸੇ ਦੇ ਘਰ ਹੋਵੇ ਕੁਛ ਨਾ ਤੇ ਮੰਗਣ ਵਾਲਾ ਬੂਹੇ ਤੇ ਖੜਾ ਹੋਵੇ ਤੇ ਉਹ ਬੇਬਸੀ ਦੇ ਵਿੱਚ ਬੰਦਾ ਫਿਰ ਆਪਣਾ ਤਵਾਜ਼ਨ ਖੋ ਲੈਂਦਾ। ਉਹ ਬੀਬੀ ਗੁੱਸੇ 'ਚ ਆਈ ਤੇ ਉਹਨੇ ਬੁੱਕ ਭਰ ਕੇ ਕੂੜੇ ਦਾ ਮਮ ਅੰਚਲ ਸੰਗ ਬੰਧਿਓ ਕੂਰਾ ਮੇਰੇ ਪੱਲੇ ਬੰਨ੍ਹ ਦਿੱਤਾ। ਮੈਂ ਜਿਹੜਾ ਗਲ 'ਚ ਹਜੂਰੀਆ ਪਾਇਆ ਸੀ, ਪਰਨਾ ਪਾਇਆ ਸੀ, ਉਹਨੇ ਮੇਰੇ ਪੱਲੇ ਦੇ ਵਿੱਚ ਕੂੜਾ ਹੀ ਪਾ ਦਿੱਤਾ। ਸੋ ਮੈਂ ਤਿਸੀ ਰੀਤ ਲੈ ਆਇਓ। ਤੇ ਮੈਂ ਗੁਰੂ ਦਾ ਭਾਣਾ ਮੰਨ ਕੇ ਉਹ ਕੂੜਾ ਪੱਲੇ ਬੰਨ ਕੇ ਹੱਥੇ ਲੈ ਆਇਆ ਗੁਰੂ ਘਰ ਦੇ ਵਿੱਚ। ਗ੍ਰਹਿ ਮਹਿ ਖੋਲਿਓ ਅਵਨ ਗਿਰਾਇਓ। ਤੇ ਮਹਾਰਾਜ ਮੈਂ ਉਹ ਖੋਲ ਕੇ ਆਪਣੇ ਵਿਹੜੇ 'ਚ ਸਿੱਟ ਦਿੱਤਾ। ਤਿਸ ਮਹਿ ਏਕ ਪਰੀ ਮੈਂ ਹੇਰੀ। ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਦੇ ਵਿੱਚ ਇੱਕ
ਗਿਟਕ ਵੇਖੀ ਐ ਮੈਂ। ਬਦਰੀ ਫਲ ਕੀ ਗਿਟਕ ਵਡੇਰੀ। ਮਹਾਰਾਜ ਉਹ ਕੂੜਾ ਜਿਹੜਾ ਸੀ ਉਹ ਲੱਗਦਾ ਵੀ ਉਸ ਗਰੀਬ ਸਿੱਖ ਦੇ ਬੱਚਿਆਂ ਨੇ ਕਿਤੇ ਰਾਤ ਬੇਰ ਖਾਧੇ ਹੋਣੇ ਆ, ਤੇ ਉਹਦੇ 'ਚ ਬੇਰੀਆਂ ਦੀਆਂ ਗਿਟਕਾਂ ਉਹਨਾਂ ਨੇ ਜੂਠੀਆਂ ਸਿੱਟੀਆਂ ਹੀ ਸਨ। ਝਾੜੂ ਦੇ ਨਾਲ ਬੀਬੀ ਨੇ ਜਦੋਂ ਘਰ ਸੰਭਰਿਆ ਤਾਂ ਉਹਦੇ ਵਿੱਚ ਉਹ ਗਿਟਕਾਂ ਵੀ ਕੂੜੇ ਵਿੱਚ ਆ ਗਈਆਂ। ਸੋ ਮੈਂ ਇਹਾ ਬੋਏ ਕਰ ਦੀਨ। ਮਹਾਰਾਜ ਉਹ ਮੈਂ ਇੱਥੇ ਬੀਜ ਦਿੱਤੀਆਂ ਹਨ। ਤਿਸ ਤੇ ਬਦਰੀ ਕੋ ਤਰ ਚੀਨ। ਉਹਦੇ ਤੋਂ ਆ ਬੇਰੀ ਦਾ ਬੂਟਾ ਲੱਗ ਗਿਆ ਹੈ। ਤੁਮ ਅੰਤਰ ਜਾਮੀ ਸਭ ਜਾਨੀ। ਮਹਾਰਾਜ ਆਪ ਅੰਤਰ ਜਾਮੀ ਜਾਣੀ ਜਾਣ ਹੋ, ਆਪ ਜੀ ਨੇ ਜਾਣ ਲਿਆ ਹੈ। ਕਾਰ ਆਪ ਕੀ ਇਹ ਨਿਸ਼ਾਨੀ। ਇਹ ਮਹਾਰਾਜ ਜਿਹੜੀ ਬੇਰੀ ਹੈ ਨਾ, ਇਹ ਤੁਹਾਡੇ ਦਸਵੰਧ ਦੀ ਨਿਸ਼ਾਨੀ ਹੈ। ਇਹ ਤੁਹਾਡੇ ਗਰੀਬ ਸਿੱਖ ਦੇ ਘਰ ਚੋਂ ਆਈ ਹੋਈ ਗਿਟਕ, ਜਿਹੜੀ ਉਹਦੇ ਬੱਚਿਆਂ ਨੇ ਖਾ ਕੇ ਕਿਤੇ ਸਿੱਟੀ ਸੀ, ਤੇ ਉਹ ਗਿਟਕ ਕੂੜੇ ਵਿੱਚ ਆਈ ਸੀ। ਗਰੀਬ ਨਵਾਜ਼ ਪਾਤਸ਼ਾਹ, ਇਹ ਵੀ ਤੁਹਾਡਾ ਦਸਵੰਧ ਸੰਗਤ ਵੱਲੋਂ ਆਇਆ ਹੈ। ਲੀਜੈ ਸੋ ਸਿੱਖ ਕਰੋ ਸਹਾਏ। ਮਹਾਰਾਜ ਗਰੀਬ ਨਵਾਜ਼ ਜੀ, ਇਹ ਹੁਣ ਆਪ ਪ੍ਰਵਾਨ ਕਰ ਲਓ, ਇਹ ਤੁਹਾਡਾ ਹੈ ਇਹ ਬੂਟਾ ਬੇਰੀ ਦਾ, ਤੇ ਉਸ ਗਰੀਬ ਸਿੱਖ ਦੀ ਸਹਾਇਤਾ ਕਰੋ, ਉਹਦਾ ਭਲਾ ਕਰੋ ਜਿਹਦੇ ਘਰ 'ਚ ਅੰਤਾਂ ਦੀ ਗਰੀਬੀ ਹੈ, ਜਿਸ ਕਰਕੇ ਉਹ ਗੁਰੂ ਘਰ ਦਾ ਦਸਵੰਧ ਵੀ ਨਹੀਂ ਦੇ ਸਕਦੇ। ਅੰਸ ਗੁਰੂ ਇਹੋ ਤਰ ਨਿਪਜਾਏ। ਸੱਚੇ ਪਾਤਸ਼ਾਹ ਗੁਰੂ ਘਰ ਦੀ ਅੰਸ਼ ਹੈ, ਗੁਰੂ ਕੇ ਦਸਵੰਧ ਦਾ ਹਿੱਸਾ ਹੈ ਬੇਰੀ। ਇਹ ਧਰਤੀ ਮਾਤਾ ਵਿੱਚੋਂ ਪੈਦਾ ਹੋਈ ਹੈ। ਗਨ ਸਿੱਖਿਅਨ ਮਹਿ ਸੁਨਤ ਪ੍ਰਸੰਸੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਗਤ 'ਚ ਬੈਠੇ ਸਨ, ਆਲੇ ਦੁਆਲੇ ਸਿੱਖ ਬੈਠੇ ਸਨ, ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਫੱਗੋਮਲ ਦੇ ਬਚਨ ਸੁਣ ਕੇ ਕਹਿਓ ਗੁਰੂ ਸਿੱਖ ਤੂੰ ਧਨ ਧੰਨੇ। ਬਾਬੇ ਫੱਗੋਮਲ ਦੀ ਪ੍ਰਸ਼ੰਸਾ ਕਰਦੇ, ਕਹਿੰਦੇ ਫੱਗੋਮਲ ਤੁਸੀਂ ਧਨ ਹੋ, ਜਿਨ੍ਹਾਂ ਮਨ ਵਿੱਚ ਇੰਨੀ ਨਿਮਰਤਾ ਰੱਖੀ ਹੈ, ਇੰਨੀ ਸੋਝੀ ਰੱਖੀ ਹੈ। ਗੁਰਮੁਖ ਪਰ ਸਵਾਰਥ ਕੋ ਕਰਤਾ। ਤੁਸੀਂ ਗੁਰਮੁਖਾਂ ਦੇ ਉੱਤੇ, ਗਰੀਬਾਂ ਉੱਤੇ ਪਰ ਸਵਾਰਥ ਕਰਨ ਵਾਲੇ ਹੋ। ਤੁਸੀਂ ਗੁਰਮੁਖ ਹੋ, ਤੇ ਗੁਰਮੁਖ ਜਿਹੜਾ ਹੈ ਦੂਜਿਆਂ ਦਾ ਭਲਾ ਕਰਦਾ ਹੈ। ਗੁਰਮੁਖ ਪਰਉਪਕਾਰੀ ਹੁੰਦੇ ਹਨ। ਹਿਰਦੈ ਲੋਭ ਹੰਕਾਰ ਨਾ ਧਰਤਾ। ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਲੋਭ ਲਾਲਚ ਵੀ ਨਹੀਂ ਰੱਖਦੇ, ਤੇ ਮਨ ਵਿੱਚ ਹੰਕਾਰ ਵੀ ਨਹੀਂ ਰੱਖਦੇ, ਕਿਉਂਕਿ ਹੰਕਾਰੀ ਬੰਦਾ ਤਾਂ ਕਿਸੇ ਦੇ ਘਰ ਦਾ ਕੂੜਾ ਲਿਆ ਨਹੀਂ ਸਕਦਾ, ਬਲਕਿ ਕੂੜਾ ਦੇਣ ਵਾਲੇ ਨੂੰ ਬੜੇ ਦੁਰਬਚਨ ਬੋਲੇਗਾ, ਲੜੇਗਾ, ਝਗੜਾ ਕਰੇਗਾ, ਮਾੜੇ ਬਚਨ ਕਰੇਗਾ। ਤੁਸੀਂ ਤਾਂ ਬੜੇ ਸਬਰ ਸੰਤੋਖ ਦੇ ਨਾਲ ਉਹ ਕੂੜਾ ਲਿਆਂਦਾ, ਤੇ ਉਹਦੇ ਵਿੱਚੋਂ ਵੀ ਇਹ ਬੇਰੀ ਦਾ ਬੂਟਾ ਪ੍ਰਗਟ ਕਰ ਲਿਆ। ਤੁਹਾਡੇ ਤੇ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਹੈ। ਗੁਰ ਕਾਰਜ ਕੋ ਕਰਤ ਆਰੰਭ। ਗੁਰੂ ਘਰ ਦਾ ਕਾਰਜ ਆਰੰਭ ਕਰਨ ਲੱਗਿਆ। ਸਿੱਖੀ ਥੰਬਨ ਕੇ ਤੁਮ ਥੰਬ। ਤੇ ਗੁਰੂ ਕੇ ਸਿੱਖ ਜਿਹੜੇ ਹਨ ਉਹ ਆਪਾ ਭਾਵ ਗਵਾ ਕੇ ਸੇਵਾ ਕਰਦੇ, ਤਾਂ ਹੀ ਗੁਰੂ ਘਰ ਦੇ ਕਾਰਜ ਵੱਡੇ ਮਹਾਨ ਹੁੰਦੇ ਹਨ। ਸੋ ਤੁਸੀਂ ਗੁਰੂ ਘਰ ਦਾ ਕਾਰਜ ਕੀਤਾ ਹੈ, ਆਪਣੇ ਆਪ ਨੂੰ ਗਵਾ ਲਿਆ ਹੈ, ਆਪਾ ਭਾਵ ਨਹੀਂ ਜਣਾਇਆ। ਸਿੱਖੀ ਮੰਡਲ ਦੇ ਤੁਸੀਂ ਥੰਬ ਹੋ। ਸਿੱਖਾਂ ਦਾ ਜੋ ਸਿੱਖੀ ਦਾ ਮਹਿਲ ਹੈ ਸਾਧ ਸੰਗਤ ਜੀ, ਜਿਵੇਂ ਕਿਸੇ ਬਿਲਡਿੰਗ ਨੂੰ ਪਿੱਲਰਾਂ ਤੇ ਖੜਾ ਕੀਤਾ ਜਾਂਦਾ, ਜੇ ਪਿੱਲਰ ਨਾ ਹੋਣ, ਕੰਧਾਂ ਨਾ ਹੋਣ, ਤੇ ਛੱਤ ਕਿੱਥੇ ਪਾਵਾਂਗੇ। ਇਹ ਸਿੱਖੀ ਦਾ ਮਹਿਲ ਖੜਾ ਹੁੰਦਾ ਗੁਰਸਿੱਖਾਂ ਦੀ ਘਾਲ ਕਮਾਈ ਤੇ ਘਾਲ ਕਮਾਈ ਹੁੰਦੀ ਹੈ ਮਨ ਨੀਵਾਂ ਤੇ ਮਤ ਉੱਚੀ ਨਾਲ। ਜਿਹੜੇ ਸਿੱਖ ਮਨ ਨੀਵਾਂ ਕਰਕੇ ਆਪਾ ਭਾਵ ਗਵਾ ਕੇ ਗੁਰੂ ਪੰਥ ਦੀ ਸੇਵਾ ਕਰਦੇ ਹੈ, ਉਹਨਾਂ ਦੀਆਂ ਘਾਲਣਾ ਕਮਾਈਆਂ ਨਾਲ ਬੜੇ ਬੜੇ ਵੱਡੇ ਕਾਰਜ ਹੁੰਦੇ ਹੈ। ਬੜੇ ਬੜੇ ਵੱਡੇ ਪੰਥ ਦੇ ਅਸਥਾਨ ਬਣੇ ਹਨ, ਸਰੋਵਰ ਬਣੇ ਹਨ, ਬਿਲਡਿੰਗਾਂ ਤਖਤ ਬਣੇ ਹਨ, ਸਰਾਵਾਂ ਬਣੀਆਂ ਹਨ, ਜਿਨ੍ਹਾਂ ਗੁਰਸਿੱਖਾਂ ਨੇ ਘਾਲਣਾ ਘਾਲੀ। ਔਰ ਸਾਧ ਸੰਗਤ ਜੀ ਬੜੀਆਂ ਬੜੀਆਂ ਵੱਡੀਆਂ ਸੰਸਥਾਵਾਂ ਕਾਇਮ ਹੋਈਆਂ। ਸੇਵਾ ਪੰਥੀ ਮਹਾਂਪੁਰਸ਼ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੀ ਸੇਵਾ ਪੰਥੀ ਸੰਪਰਦਾ, ਉਦਾਸੀ ਸੰਪਰਦਾ, ਨਿਹੰਗ ਸਿੰਘਾਂ ਦੀ ਸੰਪਰਦਾ, ਨਿਰਮਲੇ ਸਾਧੂਆਂ ਦੀ ਸੰਪਰਦਾ, ਇਸ ਤੋਂ ਇਲਾਵਾ ਬੜੇ ਬੜੇ ਸਕੂਲ, ਯੂਨੀਵਰਸਿਟੀਆਂ, ਕਾਲਜ ਪੰਥ ਵਿੱਚ ਸੇਵਾ ਨਿਭਾ ਰਹੇ ਨੇ। ਇਹ ਸਾਰੀਆਂ ਗੁਰਸਿੱਖਾਂ ਦੀਆਂ ਕਮਾਈਆਂ ਨੇ, ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਪੰਥ ਦੇ ਲਈ ਕੁਰਬਾਨੀਆਂ ਕੀਤੀਆਂ, ਦੇਗਾਂ ਚਲਾਈਆਂ, ਤੇਗਾਂ ਵਾਹੀਆਂ। ਅਰਦਾਸ ਵਿੱਚ ਆਪਾਂ ਉਹਨਾਂ ਪਿਆਰਿਆਂ ਸਚਿਆਰਿਆਂ ਨੂੰ ਯਾਦ ਕਰਦੇ ਹਾਂ, ਤੇ ਇਹ ਭਾਈ ਫੱਗੋਮਲ ਵੀ ਉਹਨਾਂ ਪਿਆਰਿਆਂ ਸਚਿਆਰਿਆਂ ਵਿੱਚ ਗਿਣਿਆ ਗਿਆ।
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੁਸੀਂ ਸਿੱਖੀ ਮਹਿਲ ਦੇ ਥੰਮ ਹੋ। ਭਵ ਸਾਗਰ ਤੇ ਉਤਰੈ ਪਾਰ। ਤੁਸੀਂ ਭਵ ਸਾਗਰ ਤੋਂ ਪਾਰ ਉਤਰੋਗੇ, ਕਿਉਂਕਿ ਗੁਰੂ ਕਾ ਸਿੱਖ ਜਿਹੜਾ ਆਪਾ ਭਾਵ ਗਵਾ ਕੇ ਸੇਵਾ ਕਰਦਾ ਨਾ, ਉਹ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦਾ ਹੈ। ਅਪਰ ਅਨੇਕਨ ਕਰਹੁ ਉਦਾਰ। ਭਾਈ ਫਗੋ ਮਲ, ਤੁਸੀਂ ਆਪ ਤਾਂ ਤਰੇ ਹੀ ਹੋ, ਬਲਕਿ ਹੋਰ ਲੱਖਾਂ ਲੋਕਾਂ ਨੂੰ ਤਾਰਨ ਵਾਲੇ ਬਣੋਗੇ। ਤੁਵ ਗਤ ਚਹਤ ਹੁਤੇ ਬਿਦਤਾਈ। ਹਾਂ, ਮਹਾਰਾਜ ਕਹਿੰਦੇ ਅਸੀਂ ਤੇਰਾ ਭਲਾ ਚਾਹੁੰਦੇ, ਤੇਰਾ ਕਲਿਆਣ ਕਰਨਾ ਚਾਹੁੰਦੇ, ਤੇਰੀ ਇਹ ਗੱਲ ਪ੍ਰਗਟ ਕਰ ਦਿੱਤੀ ਹੈ। ਗਨ ਸਿੱਖਿਅਨ ਮਹਿ ਅਭੈ ਸੁਨਾਈ। ਮਹਾਰਾਜ ਕਹਿੰਦੇ ਅਸੀਂ ਪ੍ਰਗਟ ਕਰਨੀ ਸੀ, ਇਸ ਕਰਕੇ ਸਾਰੀ ਸੰਗਤ ਵਿੱਚ ਸੁਣਾਈ ਹੈ। ਆਉਣ ਵਾਲੇ ਸਿੱਖਾਂ ਨੂੰ ਵੀ ਇਸ ਤੋਂ ਸੋਝੀ ਮਿਲੇਗੀ ਵੀ ਗੁਰੂ ਘਰ ਦੇ ਮਸੰਦ, ਗੁਰੂ ਘਰ ਦੇ ਪ੍ਰਬੰਧਕ, ਪਹਿਲਾਂ ਮਸੰਦ ਕਹਿੰਦੇ ਸੀ, ਫਿਰ ਮਹੰਤ ਕਹਿੰਦੇ ਸੀ, ਅੱਜ ਕੱਲ੍ਹ ਪ੍ਰਬੰਧਕ ਕਹਿ ਲੈਂਦੇ ਆਪਾਂ, ਮੈਨੇਜਰ ਕਹਿ ਲੈਂਦੇ ਆ, ਕਮੇਟੀਆਂ ਬਣ ਗਈਆਂ ਜਦੋਂ ਦੀਆਂ। ਕੰਮ ਤਾਂ ਉਹੀ ਹੈ, ਗੁਰੂ ਘਰ ਦੀ ਸੇਵਾ ਕਰਨੀ, ਪ੍ਰਬੰਧ ਚਲਾਣੇ, ਗੁਰਦੁਆਰਿਆਂ ਦੇ ਲੰਗਰਾਂ ਦੇ, ਗੁਰੂ ਮਹਾਰਾਜ ਦੀ ਕਾਰ ਭੇਟਾ ਦਸਵੰਧ ਇਕੱਠੀ ਕਰਨੀ, ਗੁਰੂ ਘਰ ਦੀ ਕਾਰ ਭੇਟਾ ਦਸਵੰਧ ਗੁਰੂ ਦੇ ਖਜ਼ਾਨੇ 'ਚ ਜਮ੍ਹਾਂ ਕਰਾਣੀ, ਗੁਰੂ ਘਰ ਦੇ ਕਾਰਜ ਜਿਵੇਂ ਜੇ ਵੀ ਸਮੇਂ ਅਨੁਸਾਰ ਹੁੰਦੇ ਆ, ਲੰਗਰਾਂ ਦੀ ਸੇਵਾ, ਹਸਪਤਾਲਾਂ ਦੀ ਸੇਵਾ, ਸਕੂਲਾਂ ਕਾਲਜਾਂ ਦੀ ਸੇਵਾ, ਪੰਥਕ ਕਾਰਜਾਂ ਦੀ, ਉਹ ਮਾਇਆ ਉੱਥੇ ਖਰਚਣੀ। ਜਿਹੜੇ ਇਸ ਤਰ੍ਹਾਂ ਨਿਮਰਤਾ ਦੇ ਨਾਲ ਗੁਰੂ ਘਰ ਦੀ ਮਾਇਆ ਇਕੱਠੀ ਕਰਦੇ ਹਨ ਤੇ ਗੁਰੂ ਕੀ ਮਾਇਆ ਗੁਰੂ ਦੇ ਨਮੇਤੀ ਖਰਚਦੇ ਹਨ ਚੰਗੇ ਤਰੀਕੇ ਨਾਲ, ਉਹਨਾਂ ਨੂੰ ਸੱਚੇ ਪਾਤਸ਼ਾਹ ਵੱਲੋਂ ਸਰੋਪੇ ਮਿਲਦੇ ਹਨ, ਸਨਮਾਨ ਮਿਲਦਾ ਹੈ। ਤੇ ਜਿਹੜੇ ਮਸੰਦ ਜਾਂ ਮਹੰਤ ਜਾਂ ਪ੍ਰਬੰਧਕ ਜਾਂ ਕਮੇਟੀਆਂ ਵਾਲੇ ਵੀ ਹੋਣ ਭਾਵੇਂ, ਉਹ ਗੁਰੂ ਕੀ ਮਾਇਆ ਦਾ ਦੁਰਵਰਤੋਂ ਕਰਦੇ ਹਨ, ਉਹਨਾਂ ਉੱਤੇ ਗੁਰੂ ਦੀਆਂ ਖੁਸ਼ੀਆਂ ਨਹੀਂ ਹੁੰਦੀਆਂ। ਸੋ ਸੱਚੇ ਪਾਤਸ਼ਾਹ ਕਹਿੰਦੇ ਫੱਗੋ ਮੱਲ, ਤੁਸੀਂ ਗੁਰੂ ਘਰ ਦੇ ਮਸੰਦ ਹੋ, ਤੁਸੀਂ ਆਪਣਾ ਆਪ ਵੀ ਤਾਰ ਲਿਆ ਹੈ ਤੇ ਤੁਹਾਡੇ ਕਰਕੇ ਬੇਅੰਤ ਸੰਗਤਾਂ ਦਾ ਉਧਾਰ ਹੋਵੇਗਾ। ਗੁਣ ਗਨ ਆਪਣੇ ਪਰ ਕੋ ਦੇਸ਼। ਗੁਣ ਗਨ ਆਪਣੇ ਪਰ ਕੋ ਦੋਸ਼। ਕਹਿੰਦੇ ਜਿਹੜੇ ਮਹਾਂਪੁਰਸ਼ ਹੁੰਦੇ ਨੇ ਆਪਣੇ ਗੁਣਾਂ ਨੂੰ ਛੁਪਾਉਂਦੇ ਨੇ ਤੇ ਦੂਜੇ ਦੇ ਦੋਸ਼ਾਂ ਨੂੰ ਛੁਪਾਉਂਦੇ ਨੇ, ਤੇ ਜਿਹੜੇ ਸੰਸਾਰੀ ਲੋਕ ਹੁੰਦੇ ਨੇ ਉਹ ਆਪਣੇ ਗੁਣ ਤਾਂ ਲੋਕਾਂ ਨੂੰ ਦੱਸਦੇ ਨੇ, ਆਪਣੇ ਔਗਣ ਛੁਪਾ ਲੈਂਦੇ ਨੇ, ਦੂਜਿਆਂ ਦੇ ਗੁਣ ਛੁਪਾ ਲੈਂਦੇ ਨੇ, ਦੂਜਿਆਂ ਦੇ ਦੋਸ਼ ਦੱਸਦੇ ਨੇ। ਸਾਡੀ ਇਹੀ ਹਾਲਤ ਹੈ, ਆਪਣੀ ਕੋਈ ਕਮਜ਼ੋਰੀ ਹੋਵੇ ਅਸੀਂ ਛੁਪਾ ਲੈਣੀ, ਕਿਸੇ ਨੂੰ ਦੱਸਣੀ ਨਹੀਂ, ਸਾਡੀ ਕਿਸੇ ਕਮਜ਼ੋਰੀ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ, ਇੱਦਾਂ ਅਸੀਂ ਹਰ ਵੇਲੇ ਸੋਚਦੇ ਹਾਂ। ਤੇ ਸਾਡੇ ਗੁਣਾਂ ਦਾ ਸਾਰਿਆਂ ਨੂੰ ਪਤਾ ਲੱਗੇ, ਆਪਣੇ ਮੂੰਹ ਤੋਂ ਮੀਆਂ ਮਿੱਠੂ ਬਣ ਕੇ ਲੋਕਾਂ ਨੂੰ ਦੱਸਦੇ ਹਾਂ, ਆਪਣਾ ਪ੍ਰਚਾਰ ਅਖਬਾਰਾਂ ਵਿੱਚ, ਮੀਡੀਆ ਵਿੱਚ ਅਸੀਂ ਕਰਾਉਂਦੇ ਹਾਂ ਵੀ ਸਾਨੂੰ ਸਾਰੇ ਪਾਸੇ ਲੋਕ ਜਾਣ ਲੈਣ ਵੀ ਫਲਾਣਾ ਬੰਦਾ ਬੜਾ ਪਰਉਪਕਾਰੀ ਹੈ, ਉਹਨੇ ਪੰਥ ਦੀ ਆਹ ਸੇਵਾ ਕੀਤੀ ਹੈ, ਗੁਰੂ ਘਰਾਂ ਦੀ ਸੇਵਾ ਕੀਤੀ ਹੈ। ਸੋ ਇਹ ਦੂਜੇ ਪਾਸੇ ਦੂਜਾ ਬੰਦਾ ਕੋਈ ਉਹਨੇ ਚੰਗਾ ਕੀਤਾ ਹੋਵੇ ਉਹ ਅਸੀਂ ਨਹੀਂ ਦੱਸਦੇ, ਤੇ ਜੇ ਉਹਨੇ ਕੋਈ ਗਲਤੀ ਕੀਤੀ ਹੋਵੇ ਅਸੀਂ ਉਹਦਾ ਫਿਰ ਪੂਰਾ ਦੁਨੀਆ ਵਿੱਚ ਇਸ਼ਤਿਹਾਰ ਛੁਪਾ ਕੇ ਲਾਉਂਦੇ ਹਾਂ। ਇਹ ਸਾਧ ਸੰਗਤ ਜੀ ਮਨਮੁਖਤਾ ਦੀ ਨਿਸ਼ਾਨੀ ਹੈ। ਜੇ ਗੁਰਮੁਖ ਬਣਨਾ ਹੈ ਤਾਂ ਫਿਰ ਆਪਣੇ ਔਗਣ ਦਸੀਏ, ਦੂਜਿਆਂ ਦੇ ਗੁਣ ਦਸੀਏ, ਤੇ ਆਪਣੇ ਗੁਣਾਂ ਨੂੰ ਛੁਪਾਈਏ, ਦੂਜਿਆਂ ਦੇ ਔਗਣਾਂ ਨੂੰ ਛੁਪਾਈਏ, ਫਿਰ ਗੱਲ ਬਣੇਗੀ। ਸੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਚਾ ਫੱਗੋ ਮੱਲ ਦੀ ਸੰਗਤ ਵਿੱਚ ਵਡਿਆਈ ਕਰ ਰਹੇ ਹਨ। ਚਹਤ ਛਪਾਏ ਯੁਤ ਸੰਤੋਸ਼। ਕਹਿੰਦੇ ਭਾਈ ਫੱਗੋ ਮੱਲ ਜੀ, ਤੁਹਾਨੂੰ ਤੁਸੀਂ ਜਿਹੜਾ ਤੁਸੀਂ ਆਪਣੇ ਗੁਣਾਂ ਨੂੰ ਛੁਪਾ ਕੇ ਬੈਠੇ ਹੋ, ਸੇਈ ਸਿੱਖ ਭਲੇ ਮਮ ਪਿਆਰੇ। ਜਿਹੜੇ ਆਪਣੇ ਗੁਣਾਂ ਨੂੰ ਛੁਪਾਉਂਦੇ ਨੇ ਉਹੀ ਸਿੱਖ ਮੈਨੂੰ ਪਿਆਰੇ ਲੱਗਦੇ ਨੇ, ਉਹੀ ਸਿੱਖ ਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ। ਸਾਸ ਸਾਸ ਮਹਿ ਮੋਹਿ ਚਿਤਾਰੇ। ਉਹ ਇਹੋ ਜਿਹੇ ਪ੍ਰੇਮੀ ਸਵਾਸ ਸਵਾਸ ਮੇਰਾ ਨਾਮ ਜਪਦੇ ਨੇ, ਵਾਹਿਗੁਰੂ 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 ਵਾਹਿਗੁਰੂ। ਉਹਨਾਂ ਨੂੰ ਚੇਤੇ ਆਉਂਦਾ। ਤੇ ਜਿਹੜੇ ਦੂਜਿਆਂ ਦੇ ਔਗਣ ਫਰੋਲਦੇ ਨੇ, ਆਪਣੇ ਗੁਣਾਂ ਦਾ ਹੰਕਾਰ ਕਰਦੇ ਨੇ, ਉਹਨਾਂ ਨੂੰ ਵਾਹਿਗੁਰੂ ਥੋੜਾ ਮੂੰਹ ਤੋਂ ਨਿਕਲਣਾ, ਉਹਨਾਂ ਨੂੰ ਵਾਹਿਗੁਰੂ ਚੇਤੇ ਨਹੀਂ ਆਉਣਾ, ਉਹਨਾਂ ਦੇ ਰਸਨਾ ਤੇ ਕਦੀ ਪਰਮੇਸ਼ਰ ਦੀ ਸਿਮਰਤੀ ਆਉਣੀ ਨਹੀਂ। ਇਸ ਕਰਕੇ ਫੱਗੋ ਮੱਲ ਤੂੰ ਧਨ ਹੈ ਜਿਸ ਨੇ ਉਸ ਗਰੀਬ ਸਿੱਖ ਦਾ ਪਰਦਾ ਟੱਕੀ ਰੱਖਿਆ,
ਤੇ ਆਪਣੀ ਨਿਮਰਤਾ ਨੂੰ ਸਾਡੇ ਸਾਹਮਣੇ ਵੀ ਨਹੀਂ ਜ਼ਾਹਰ ਕੀਤਾ। ਅੱਜ ਅਸੀਂ ਸੰਗਤ ਨੂੰ ਸੁਣਾਉਣ ਵਾਸਤੇ ਤੈਨੂੰ ਪੁੱਛਿਆ ਸੀ ਵੀ ਦੱਸ, ਕਿਸੇ ਘਰ ਦੀ ਕਾਰ ਭੇਟਾ ਛੁਪਾਈ ਦਾ ਨਹੀਂ, ਤੇ ਤੂੰ ਸਾਰੀ ਗੱਲ ਦੱਸੀ ਹੈ। ਹੇ ਫੱਗੋ ਤੂੰ ਗੁਰਮੁਖ ਸਿੱਖ, ਹੇ ਫੱਗੋ ਮਲ ਤੂੰ ਸਾਡੇ ਸਿੱਖਾਂ ਵਿੱਚੋਂ ਗੁਰਮੁਖ ਸਿੱਖ ਹੈ, ਸਨਮੁਖ ਹੈ, ਤੂੰ ਸਾਡਾ ਪਿਆਰਾ ਸਿੱਖ ਹੈ। ਸੁਨ ਹੈ ਕਥਾ ਸਿੱਖ ਤੋਹੇ ਭਵਿੱਖ। ਮਹਾਰਾਜ ਕਹਿੰਦੇ ਭਾਈ ਫੱਗੋ ਮਲ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰਹੇਗਾ। ਜਦੋਂ ਵੀ ਸਾਡੀ ਕਥਾ ਆਇਆ ਕਰੇਗੀ ਫੱਗੋ ਮਲ ਤੇਰੀ ਕਥਾ ਵੀ ਆਇਆ ਕਰੇਗੀ। ਤੇ ਜਦੋਂ ਗੁਰਸਿੱਖ ਸੁਣਿਆ ਕਰਨਗੇ ਉਹਨਾਂ ਦੇ ਮਨ ਵਿੱਚ ਇਹ ਗੁਣ ਆਇਆ ਕਰਨਗੇ ਵੀ ਭਾਈ ਫੱਗੋ ਮਲ ਕਿੰਨੀ ਨਿਮਰਤਾ ਸੀ। ਗਰੀਬ ਸਿੱਖਣੀ ਨੇ ਕੂੜਾ ਚੁੱਕਿਆ, ਗੁੱਸੇ ਨਾਲ ਪੱਲੇ ਬੰਨਿਆ, ਉਹਨੂੰ ਕੋਈ ਮਾੜਾ ਬਚਨ ਨਹੀਂ ਕਿਹਾ, ਬਲਕਿ ਉਹਦੇ ਘਰ ਦਾ ਕੂੜਾ ਘਰ ਲਿਆਂਦਾ ਤੇ ਲਿਆ ਕੇ ਵਿੱਚੋਂ ਬੇਰ ਦੀ ਗਿੱਟੇ ਕੱਢ ਕੇ ਬੀਜ ਦਿੱਤੀ। ਉਹ ਬੇਰੀ ਲੱਗ ਗਈ ਤੇ ਉਹ ਕਿਹਾ ਵੀ ਇਹ ਗੁਰੂ ਦਾ ਦਸਵੰਧ ਹੈ, ਇਹ ਗੁਰੂ ਦੇ ਦਸਵੰਧ ਨੂੰ ਫਲ ਲੱਗੇ ਹਨ। ਤੇ ਇਹ ਉਸ ਤੋਂ ਬਾਅਦ ਗੁਰੂ ਤੋਂ ਮੰਗਿਆ ਵੀ ਮਹਾਰਾਜ ਉਹਨਾਂ ਦੀ ਗਰੀਬੀ ਦੂਰ ਕਰ ਦਿਓ। ਉਹ ਗੁਰੂ ਕੇ ਸਿੱਖ ਵਿਚਾਰੇ ਕੁਛ ਦੇਣ ਤੋਂ ਸਮਰੱਥ ਨਹੀਂ, ਦਸਵੰਧ ਕਾਰ ਭੇਟਾ ਗੁਰੂ ਸਾਹਿਬ ਇੰਨਾ ਖਜ਼ਾਨਾ ਦੇ ਦਿਓ ਵੀ ਉਹ ਸਿੱਖਾਂ ਦੀ ਰੱਜ ਕੇ ਸੇਵਾ ਕਰ ਸਕਣ। ਧੰਨ ਗੁਰੂ ਕਾ ਸਿੱਖ ਪਰਉਪਕਾਰੀ ਭਾਈ ਫੱਗੋ ਮਲ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਦੋਂ ਸਾਡੀ ਕਥਾ ਆਇਆ ਕਰੇਗੀ ਉਦੋਂ ਤੇਰੀ ਵੀ ਕਥਾ ਆਇਆ ਕਰੇਗੀ। ਤਿਨ ਕੋ ਸਿੱਖੀ ਪ੍ਰਾਪਤ ਹੋਏ। ਤੇ ਜਿਹੜੇ ਤੇਰੀ ਕਥਾ ਸੁਣਿਆ ਕਰਨਗੇ ਫੱਗੋ ਮਲ, ਉਹਨਾਂ ਨੂੰ ਸਾਡੀ ਸਿੱਖੀ ਪ੍ਰਾਪਤ ਹੋਵੇਗੀ। ਸਾਧ ਸੰਗਤ ਦੀ ਸਿੱਖੀ ਕਿਸੇ ਲਿਬਾਸ ਪਹਿਰਾਵੇ ਦਾ ਹੀ ਨਾਂ ਨਹੀਂ ਵੀ ਅਸੀਂ ਕੋਈ ਖਾਸ ਲਿਬਾਸ ਪਾ ਲਿਆ ਤੇ ਸਿੱਖ ਬਣ ਗਏ ਆ, ਬਸ ਸਿੱਖਾਂ ਦੇ ਘਰ ਜੰਮ ਪਏ ਆ ਤੇ ਸਿੱਖ ਬਣ ਗਏ ਆ। ਸਿੱਖੀ ਇਹਨਾਂ ਗੁਣਾਂ ਨਾਲ ਆਉਣੀ ਹੈ। ਜੇ ਅਸੀਂ ਅੱਜ ਆਪਣੇ ਅੰਦਰ ਝਾਤੀ ਮਾਰੀਏ ਵੀ ਸਿੱਖਾਂ ਵਾਲੇ ਗੁਣ ਹਨ ਸਾਡੇ ਵਿੱਚ, ਆਹ ਜਿਹੜੀ ਗੱਲ ਮਹਾਰਾਜ ਨੇ ਅੱਜ ਦੱਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਇਹਦੇ ਤੋਂ ਤਾਂ ਲਗਭਗ 99% ਅੱਜ ਸਾਡਾ ਪੰਥ ਪਰੇ ਜਾ ਚੁੱਕਾ ਹੈ। ਮਹਾਰਾਜ ਕਹਿੰਦੇ ਆਪਣੇ ਗੁਣ ਛੁਪਾਣੇ ਨੇ, ਦੂਜਿਆਂ ਦੇ ਔਗਣ ਛੁਪਾਣੇ ਨੇ। ਯਾਨੀ ਆਪਣੇ ਗੁਣ ਆਪਣੇ ਮੂੰਹ ਤੋਂ ਨਹੀਂ ਦੱਸਣੇ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਪੰਥ ਵਾਸਤੇ ਕੀਤਾ, ਮੈਂ ਸਮਾਜ ਵਾਸਤੇ ਕੀਤਾ, ਮੈਂ ਸੁਸਾਇਟੀ ਵਾਸਤੇ ਕੀਤਾ, ਇਹ ਨਹੀਂ ਦੱਸਣਾ। ਤੇ ਆਪਣੇ ਤੋਂ ਦੂਜਾ ਕੋਈ ਬੰਦਾ ਜੇ ਮੰਨ ਲਓ ਵਿਰੋਧੀ ਵੀ ਹੈ ਤੇ ਉਹਨੇ ਆਹ ਮਾੜਾ ਕੀਤਾ, ਉਹਨੇ ਆਹ ਕਰਪਸ਼ਨ ਕੀਤੀ, ਆਹ ਚੋਰੀ ਕੀਤੀ, ਆਹ ਡਾਕਾ ਮਾਰਿਆ, ਆਹ ਕੀਤਾ, ਉਹਦਾ ਇਹ ਔਗਣ ਹੈ, ਇਹ ਵੀ ਨਹੀਂ ਦੱਸਣਾ। ਕਹਿੰਦੇ ਆਪਣੇ ਔਗਣ ਦੱਸਣੇ ਵੀ ਮੇਰੇ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਤੇ ਦੂਸਰਿਆਂ ਵਿੱਚ ਸਤ, ਸੰਤੋਖ, ਦਇਆ, ਧਰਮ, ਸੱਚ, ਨੇਕੀ, ਪਰਉਪਕਾਰ ਹੈ, ਇਹ ਦੱਸਣਾ। ਅੱਜ ਆਪੋਜਿਟ ਕੰਮ ਹੋ ਰਿਹਾ, ਅਸੀਂ ਆਪਣੇ ਗੁਣ ਦੱਸੀ ਜਾਂਦੇ ਹਾਂ, ਦੂਜਿਆਂ ਦੇ ਔਗਣ ਦੱਸੀ ਜਾਂਦੇ ਹਾਂ। ਸੋ ਗੁਰੂ ਸਾਹਿਬ ਕਹਿੰਦੇ ਤੈਨੂੰ ਗੁਰਸਿੱਖੀ ਦੀ ਅਸਲ ਸਮਝ ਆਈ ਹੈ ਫੱਗੋ ਮਲ, ਤੇ ਤੇਰਾ ਪ੍ਰਸੰਗ ਸੁਣ ਕੇ ਜਿਹੜੇ ਧਿਆਨ ਨਾਲ ਸੁਣਨਗੇ ਉਹਨਾਂ ਨੂੰ ਇਹ ਸਿੱਖਿਆ ਮਿਲੇਗੀ। ਤੇ ਸਿੱਖਿਆ ਹੀ ਸਿੱਖੀ ਹੈ। ਸਿੱਖੀ ਕੀ ਹੈ? ਅੱਜ ਕੱਲ੍ਹ ਕਿਸੇ ਸਿੱਖ ਨੂੰ ਪੁੱਛ ਲਓ ਵੀ ਸਿੱਖੀ ਕੀ ਹੈ, ਬਸ ਜੀ ਅਸੀਂ ਸਿੱਖ ਹਾਂ। ਪਰ ਸਿੱਖ ਦਾ ਮਤਲਬ ਹੁੰਦਾ ਸਿੱਖਣ ਵਾਲਾ। ਤੇ ਸਿੱਖਣਾ ਕੀ ਆ? ਗੁਰੂ ਦੀਆਂ ਗੱਲਾਂ ਸਿੱਖਣੀਆਂ ਵੀ ਭਾਈ ਮਨ ਨੀਵਾ ਤੇ ਮਤ ਉੱਚੀ ਰੱਖਣੀ ਹੈ। ਕਾਮ ਕ੍ਰੋਧ ਹੰਕਾਰ ਨ ਕੋਏ। ਮਹਾਰਾਜ ਕਹਿੰਦੇ ਭਾਈ ਫੱਗੋ ਮਲ, ਜਿਹੜਾ ਤੇਰਾ ਪ੍ਰਸੰਗ ਸੁਣੇਗਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇਗਾ, ਕਿਉਂਕਿ ਤੇਰੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਹਨ। ਸੁਨ ਕਰ ਸੰਗਤ ਬਾਕ ਬਿਲਾਸ। ਫੱਗੋ ਮਲ ਦਾ ਇਹ ਪ੍ਰਸੰਗ ਸੰਗਤ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਾਹਰ ਕਰ ਦਿੱਤਾ, ਸਾਰੀ ਸੰਗਤ ਨੇ ਸੁਣਿਆ। ਮਹਿਮਾ ਜਾਨੀ ਆਨੰਦ ਪ੍ਰਕਾਸ਼। ਸਾਰੀ ਸੰਗਤ ਨੂੰ ਗੁਰਸਿੱਖੀ ਦੀ ਮਹਿਮਾ ਦਾ ਪਤਾ ਲੱਗਾ। ਧੰਨ ਭਾਈ ਫੱਗੋ ਮਲ ਸਾਹਿਬ ਜੀ, ਧੰਨ ਭਾਈ ਫੱਗੋ ਮਲ ਜੀ, ਧੰਨ ਗੁਰਾਂ ਦੇ ਸਤਿਗੁਰੂ। ਕਿਉਂਕਿ ਸਿੱਖ ਤਾਂ ਹੈ ਹੀ ਹੈ, ਪਰ ਸਿੱਖ ਨੂੰ ਬਣਾਉਣ ਵਾਲਾ ਗੁਰੂ ਕਿੱਡਾ ਮਹਾਨ ਹੈ, ਜਿਹਨੇ ਉਹਨੂੰ ਇਹ ਸਿੱਖਿਆ ਦਿੱਤੀ ਹੈ, ਇਹ ਗੁਣ ਦਿੱਤੇ ਹਨ। ਮਨ ਨੀਵਾਂ ਕੀਤਾ ਹੈ ਤੇ ਮਤ ਉੱਚੀ ਕੀਤੀ ਹੈ ਸਿੱਖ ਦੀ। ਇਸ ਵਿੱਚ ਗੁਰੂ ਦੀ ਵਡਿਆਈ ਹੈ। ਹਾਥ ਜੋੜ ਪੁਨ ਅਰਜ਼ ਗੁਜ਼ਾਰੀ। ਫਿਰ ਹੱਥ ਜੋੜ ਕੇ ਬੇਨਤੀ ਕੀਤੀ ਹੈ। ਪੁਰਹੋ ਪਾਵਨੀ ਪ੍ਰਭੂ ਹਮਾਰੀ। ਹੈ ਸੱਚੇ ਪਾਤਸ਼ਾਹ ਮਹਾਰਾਜ, ਸਾਡੀ ਸੰਗਤ ਦੀ ਅਰਦਾਸ ਬੇਨਤੀ ਹੈ,
ਸਾਡੀ ਭਾਵਨਾ ਪੂਰੀ ਕਰੋ। ਗਨ ਸਿੱਖਨ ਮਿਲ ਕਰ ਅਨੁਰਾਗ। ਭਾਈ ਫੱਗੋਮਲ ਅਤੇ ਸਾਸਾਰਾਮ ਦੀ ਸੰਗਤ ਕਹਿ ਰਹੀ ਹੈ, ਹੇ ਸੱਚੇ ਪਾਤਸ਼ਾਹ, ਅਸੀਂ ਸਾਰਿਆਂ ਨੇ ਤੁਹਾਡੇ ਪਿਆਰਿਆਂ ਨੇ ਇਕੱਠੇ ਹੋ ਕੇ ਤੁਮ ਹਿਤ ਵਹਿਰ ਲਗਾਇਵ ਬਾਗ। ਅਸੀਂ ਤੁਹਾਡੇ ਵਾਸਤੇ ਇੱਕ ਬਾਗ ਲਵਾਇਆ ਹੈ। ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਬਾਹਰ ਸ਼ਹਿਰ ਤੋਂ ਬਾਗ ਲਵਾਇਆ ਹੈ ਵੀ ਸਾਡੇ ਗੁਰੂ ਜੀ ਆਉਣਗੇ ਤੇ ਸੋਹਣੇ ਬਾਗ ਦੀ ਸੈਰ ਕਰਨਗੇ, ਉਸ ਬਾਗ ਵਿੱਚ ਚਰਨ ਪਾਉਣਗੇ। ਗੁਰੂ ਸਾਹਿਬ ਬਾਗ ਦੇ ਵਿੱਚ ਸੋਹਣੇ ਸੋਹਣੇ ਫਲਾਂ ਨੂੰ, ਮੇਵਿਆਂ ਨੂੰ ਛਕਣਗੇ। ਮਹਾਰਾਜ, ਅਸੀਂ ਬਾਗ ਲਵਾਇਆ ਹੈ। ਸਾਧ ਸੰਗਤ ਜੀ, ਪੁਰਾਣੇ ਜ਼ਮਾਨੇ 'ਚ ਪਰਉਪਕਾਰ ਕਿਵੇਂ ਹੁੰਦਾ ਸੀ? ਅੱਜ ਕੱਲ੍ਹ ਵੀ ਅਸੀਂ ਕਰਦੇ ਹਾਂ ਕਈ ਵਾਰੀ, ਪਰ ਵਿਖਾਵਾ ਹੀ ਹੁੰਦਾ ਮੀਡੀਆ ਵਿੱਚ, ਪਰਉਪਕਾਰ ਤਾਂ ਘੱਟ ਹੀ ਹੁੰਦਾ। ਪਰ ਜਿਹੜੀ ਅਸਲ ਬੁਨਿਆਦੀ ਚੀਜ਼ਾਂ ਨੇ ਉਹ ਤੋਂ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ। ਬੁਨਿਆਦੀ ਚੀਜ਼ਾਂ ਸਭ ਤੋਂ ਪਹਿਲਾਂ ਤਾਂ ਪਾਣੀ ਹੈ। ਗੁਰੂ ਕੇ ਸਿੱਖ ਪਾਣੀ ਦੇ ਖੂਹ ਲਵਾਉਂਦੇ ਸਨ, ਬੌਲੀਆਂ ਲਵਾਉਂਦੇ ਸਨ, ਸਰੋਵਰ ਲਵਾਉਂਦੇ ਸਨ। ਦੂਸਰੀ ਚੀਜ਼ ਹੈ ਬਾਗ ਲਵਾਉਂਦੇ ਸਨ, ਛਾਇਆਦਾਰ ਬੂਟੇ ਲਵਾਉਂਦੇ ਸਨ ਜਿਹਦੇ ਨਾਲ ਵਾਤਾਵਰਣ ਸ਼ੁੱਧ ਰਵੇ। ਅੱਜ ਪੂਰੇ ਹਿੰਦੁਸਤਾਨ ਵਿੱਚ ਆਕਸੀਜਨ ਦੇ ਲਾਲੇ ਪਏ ਹੋਏ ਨੇ, ਕਿਤੇ ਆਕਸੀਜਨ ਨਹੀਂ ਮਿਲ ਰਹੀ। ਪਰ ਇਹ ਆਕਸੀਜਨ ਨਾ ਮਿਲਣ ਦਾ ਕਾਰਨ ਕੀ ਹੈ? ਲੋਕਾਂ ਨੇ ਆਪਣੇ ਆਲੇ ਦੁਆਲੇ ਕੋਈ ਦਰਖਤ ਨਹੀਂ ਰਹਿਣ ਦਿੱਤਾ, ਕੋਈ ਬੂਟਾ ਨਹੀਂ ਰਹਿਣ ਦਿੱਤਾ। ਧਰਤੀ ਮਾਤਾ ਦੇ ਪੁੱਤਰਾਂ ਨੂੰ ਪੁੱਟ-ਪੁੱਟ ਕੇ, ਵੱਢ-ਵੱਢ ਕੇ ਸਾੜ ਦਿੱਤਾ, ਫੂਕ ਦਿੱਤਾ, ਖਤਮ ਕਰ ਦਿੱਤਾ। ਜੰਗਲ ਕੱਟ ਦਿੱਤੇ, ਬਾਗ ਕੱਟ ਦਿੱਤੇ। ਕੱਟੇ ਤਾਂ ਸੈਂਕੜੇ ਦਰਖਤ ਲਾਇਆ, ਇੱਕ ਵੀ ਨਹੀਂ। ਪੁਰਾਣੇ ਜ਼ਮਾਨੇ 'ਚ ਦਰਖਤ ਕੱਟਣ ਨੂੰ ਪਾਪ ਮੰਨਦੇ ਸਨ, ਪਰ ਜੇ ਕਿਤੇ ਕੋਈ ਦਰਖਤ ਕਿਸੇ ਮਜਬੂਰੀ ਵਸ ਕੱਟਣਾ ਪੈ ਜਾਂਦਾ ਸੀ, ਇੱਕ ਕੱਟਦੇ ਸਨ, 10 ਲਵਾਉਂਦੇ ਸਨ, 100 ਲਵਾਉਂਦੇ ਸਨ। ਕਹਿੰਦੇ ਪਾਪ ਦਾ ਸਾਡਾ ਭਾਰ ਤਾਂ ਉਤਰੇਗਾ ਜੇ ਇਹਦੇ ਬਦਲੇ 'ਚ ਅਸੀਂ ਹੋਰ ਦਰਖਤ ਲਾਵਾਂਗੇ। ਪਰ ਅੱਜ ਅਸੀਂ ਗੁਰੂ ਕੇ ਬਾਗ ਵੀ ਕੱਟ ਛੱਡੇ। ਗੁਰੂ ਸਾਹਿਬਾਂ ਦੇ ਜਿਹੜੇ ਇਤਿਹਾਸੀ ਦਰਖਤ ਸੀਗੇ, ਨਿਸ਼ਾਨੀਆਂ ਸੀਗੀ, ਕਾਰ ਸੇਵਾ ਦੇ ਨਾਂ ਤੇ ਉਹਨਾਂ ਦਾ ਵੀ ਕੁਹਾੜਾ ਫੇਰ ਦਿੱਤਾ। ਕਈ ਇਤਿਹਾਸੀ ਦਰਖਤ ਸਨ ਸਾਡੇ ਇਤਿਹਾਸ ਵਿੱਚ ਜਿਨ੍ਹਾਂ ਦਾ ਸਾਨੂੰ ਪਤਾ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਕੱਟ ਦਿੱਤੇ। ਤਰਲੇ ਕਰਦੇ ਰਹੇ ਵੀ ਭਾਈ ਇਹ ਨਾ ਕੱਟੋ, ਇਹ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ। ਕਹਿੰਦੇ ਅਸੀਂ ਦਰਖਤਾਂ ਦੀ ਪੂਜਾ ਥੋੜ੍ਹਾ ਕਰਨੀ। ਕਿੱਡੀ ਹੂੜ ਮੱਤ ਆ ਗਈ ਸਾਡੇ ਅੰਦਰ ਵੀ ਅਸੀਂ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਨੂੰ ਵੀ ਪੂਜਾ ਵਾਲੇ ਪਾਸੇ ਲਾ ਕੇ ਖਤਮ ਕਰਨਾ ਚਾਹੁੰਦੇ ਹਾਂ। ਗੁਰੂ ਸਾਹਿਬਾਂ ਨੇ ਬਿਲਡਿੰਗਾਂ ਨਹੀਂ ਬਣਾਈਆਂ। 10ਵੇਂ ਪਾਤਸ਼ਾਹ ਨੇ ਹਜ਼ੂਰ ਸਾਹਿਬ ਕੀ ਬਚਨ ਕੀਤਾ? ਸਾਡੇ ਇੱਥੇ ਕੋਈ ਬਿਲਡਿੰਗ ਨਹੀਂ ਬਣਾਉਣੀ। ਕਿਉਂ ਕਿਹਾ ਸੀ ਬਿਲਡਿੰਗ ਨਹੀਂ ਬਣਾਉਣੀ? ਵੀ ਕੁਦਰਤੀ ਜੀਵਨ 'ਚ ਜੀਓ, ਇਹਨਾਂ ਬਿਲਡਿੰਗਾਂ ਨੇ ਤਾਂ ਫਿਰ ਢਹਿ ਜਾਣਾ। ਜਿਹੜੀ ਅਸਲੀ ਚੀਜ਼ ਹੈ, ਕੁਦਰਤ ਹੈ, ਉਹ ਸਦਾ ਹੀ ਰਹਿਣੀ ਹੈ। ਅਸੀਂ ਕੁਦਰਤ ਨੂੰ ਖਤਮ ਕੀਤਾ ਤੇ ਬੜੇ ਬੜੇ ਵੱਡੇ ਮਹਿਲ ਬਣਾ ਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਤੀਆਂ। ਇਤਿਹਾਸੀ ਚੀਜ਼ਾਂ ਜਿਹੜੀਆਂ ਗੁਰੂ ਦੀਆਂ ਨਿਸ਼ਾਨੀਆਂ ਸਨ, ਦਰਖਤ ਸਨ, ਕੱਟ ਦਿੱਤੇ। ਸਾਰੇ ਪਾਸੇ ਹੀ ਚੱਲ ਰਿਹਾ ਕੰਮ, ਪੰਜਾਬ ਵਿੱਚ ਵੀ ਤੇ ਬਾਹਰ ਵੀ। ਮਹਾਰਾਜ ਕਿਰਪਾ ਕਰੇ, ਸਾਨੂੰ ਸੋਝੀ ਦੇਵੇ। ਪੁਰਾਤਨ ਸਿੱਖ ਬਾਗ ਲਵਾਉਂਦੇ ਸਨ, ਖੂਹ ਲਵਾਉਂਦੇ ਸਨ, ਬੌਲੀਆਂ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਫਿਰ ਕੁਦਰਤ ਦੇ ਵਿੱਚ ਹਵਾ ਵੀ ਚਾਹੀਦੀ ਹੈ, ਹਵਾ ਸਾਫ਼ ਸੁਥਰੀ ਚਾਹੀਦੀ ਹੈ। ਉਹ ਤਾਂ ਹੋਵੇਗੀ ਜੇ ਆਪਣੇ ਆਲੇ ਦੁਆਲੇ ਹਰੇ ਭਰੇ ਦਰਖਤ ਹੋਣਗੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਸਾਸਾਰਾਮ ਦੀ ਸੰਗਤ ਬੇਨਤੀ ਕਰ ਰਹੀ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਪਿਆਰਿਆਂ ਸਿੱਖਾਂ ਨੇ, ਆਪ ਜੀ ਦੀਆਂ ਸੰਗਤਾਂ ਨੇ ਇਸ ਨਗਰ ਦੇ ਵਿੱਚ ਆਪ ਜੀ ਵਾਸਤੇ ਬਾਗ ਲਵਾਇਆ ਹੈ। ਆਰੂ ਆਮਰੂਦ ਤਰ ਅੰਬ। ਮਹਾਰਾਜ, ਆੜੂਆਂ ਦੇ ਬੂਟੇ ਹਨ, ਅਮਰੂਦਾਂ ਦੇ ਬੂਟੇ ਹਨ, ਅੰਬਾਂ ਦੇ ਬੂਟੇ ਲਾਏ ਹਨ। ਕਦਲੀ ਯੁਕਤ ਸਿੰਚ ਤਰ ਅੰਬ। ਕੇਲਿਆਂ ਦੇ ਬੂਟੇ ਲਾਏ ਹਨ। ਬੜਾ ਸੋਹਣਾ ਜਲ ਸਿੰਚ ਕੇ, ਸੋਹਣੀ ਸਿੰਚਾਈ ਕਰਕੇ ਬੂਟੇ ਪੈਦਾ ਕੀਤੇ ਹਨ। ਚੌਹੋਂ ਦਿਸ਼ ਦੁਰਬਾ ਹਰਤ ਖਰੀ ਹੈ। ਬਾਗ ਦੇ ਆਲੇ ਦੁਆਲੇ ਚਾਰੇ ਪਾਸੇ ਹਰਾ ਹਰਾ ਘਾਹ ਹੈ। ਮਹਾਰਾਜ, ਹਰਿਆਲੀ ਹੈ। ਦੇਖ ਕੇ ਅੱਖਾਂ ਨੂੰ ਵੀ ਸਕੂਨ ਮਿਲਦਾ ਹੈ ਤੇ ਉੱਥੇ ਬਾਗ ਦੀ ਸੈਰ ਕਰਕੇ ਮਨ ਠੰਡਾ ਠਾਰ ਹੋ ਜਾਂਦਾ ਹੈ। ਹੇਰਤ ਮਨ ਕੋ ਹਰਤ ਖਰੀ ਹੈ। ਵੇਖ ਕੇ ਮਨ ਨੂੰ ਹਰਾ ਭਰਾ ਕਰ ਦਿੰਦਾ ਹੈ। ਐਸਾ ਵਾਤਾਵਰਣ ਹੈ ਸੋਹਣਾ ਬਾਗ ਦਾ ਗੁਰੂ ਜੀ। ਬਰਨ ਬਰਨ ਕੀ ਵੱਡ ਫੁਲਵਾਰੀ। ਤੇ ਰੰਗ ਰੰਗ ਦੇ ਫੁੱਲ ਹਨ ਮਹਾਰਾਜ। ਕਿਤੇ ਗੁਲਾਬ, ਕਿਤੇ ਚਮੇਲੀ, ਕਿਤੇ ਗੇਂਦਾ, ਕਿਤੇ ਮਹੂਆ, ਕਿਤੇ
ਹੋਰ ਕਈ ਪ੍ਰਕਾਰ ਦੇ ਬੂਟੇ ਹਨ। ਬਾਰੀ ਬਾਰ ਪਾਏ ਕਰ ਪਾਰੀ, ਔਰ ਜਲ ਪਾ ਪਾ ਕੇ ਜਲ ਨਾਲ ਸਿੰਚਾਈ ਕਰ ਕਰਕੇ ਫੁਲਵਾੜੀ ਪਾਲੀ ਹੈ ਗੁਰੂ ਜੀ। ਬੀਚ ਸਥੰਡਲ ਚਾਰ ਚੁਕੌਨਾ, ਤੇ ਉਸ ਬਾਗ ਦੇ ਵਿਚਕਾਰ ਆਪ ਜੀ ਦੇ ਬੈਠਣ ਵਾਸਤੇ 4 ਕੋਨਿਆਂ ਵਾਲਾ ਬੜਾ ਸੁੰਦਰ ਥੜਾ ਤਿਆਰ ਕੀਤਾ ਹੈ ਸਤਿਗੁਰੂ ਜੀ। ਸਫਲ ਆਉਣ ਤਰ ਬਰਨੈ ਕੋਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸੋਹਣੇ ਦਰਖਤ ਹਨ, ਕੌਣ ਵਰਣਨ ਕਰੇ। ਸਾਰੇ ਫਲਦਾਰ ਬੂਟੇ ਲਾਏ ਹਨ, ਜਿੰਨੇ ਪ੍ਰਕਾਰ ਦੇ ਫਲ ਹੁੰਦੇ ਨੇ ਮਹਾਰਾਜ ਆਪ ਜੀ ਦੇ ਬਾਗ ਵਿੱਚੋਂ ਛਕਣ ਨੂੰ ਮਿਲ ਜਾਇਆ ਕਰਨਗੇ। ਆਪ ਚਰਨ ਤਿਸ ਥਲ ਚੱਲ ਪਾਵਹੋ, ਇਹ ਸਤਿਗੁਰੂ ਜੀ ਇਹ ਆਪ ਜੀ ਦੀ ਨਿਸ਼ਾਨੀ ਵਿੱਚ ਬਾਗ ਰਵੇਗਾ। ਆਪ ਚੱਲ ਕੇ ਇਸ ਬਾਗ ਵਿੱਚ ਚਰਨ ਪਾਓ। ਸਫਲ ਬਾਗ ਕੋ ਸਫਲ ਬਨਾਵਹੋ, ਇਹ ਮਹਾਰਾਜ ਜੀ ਸੋਹਣੇ ਫਲਾਂ ਵਾਲਾ ਸਫਲ ਬਾਗ ਕੋ ਸਫਲ ਬਣਾਓ, ਯਾਨੀ ਫਲਾਂ ਵਾਲੇ ਬਾਗ ਨੂੰ ਸਫਲ ਕਰ ਦਿਓ ਸਤਿਗੁਰੂ ਜੀ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਕਵਿਰਾਜ ਭਾਈ ਸੰਤੋਖ ਸਿੰਘ ਯਮਕ ਅਲੰਕਾਰ ਵਰਤਿਆ ਹੈ। ਇੱਕੋ ਪਾਦ ਸਫਲ, ਦੋਹਾਂ ਅਰਥਾਂ ਵਿੱਚ ਸਫਲ ਬਾਗ ਕੋ, ਯਾਨੀ ਸੋਹਣੇ ਫਲਾਂ ਵਾਲਾ ਜਿਹੜਾ ਬਾਗ ਹੈ, ਸਹਿਤ ਫਲਾਂ ਦੇ ਜੋ ਬਾਗ ਹੈ ਉਸ ਨੂੰ ਸਫਲ ਬਣਾਓ। ਭਾਵ ਆਪ ਚਰਨ ਪਾਓ ਤੇ ਉਹਨੂੰ ਸਫਲਾ ਕਰ ਦਿਓ। ਇਮ ਦਾਸਨ ਕੀ ਬਿਨਤੀ ਸੁਨ ਕੈ, ਚਾਚੇ ਫੱਗੂ ਦੀ ਅਤੇ ਸਾਰੇ ਸ਼ਹਿਰ ਵਾਲੇ ਪ੍ਰੇਮੀ ਸਿੱਖਾਂ ਦੀ ਬੇਨਤੀ ਸੁਣ ਕੇ, ਸਭ ਸੰਗਤ ਕੀ ਪ੍ਰੀਤੀ ਗੁਣ ਕੈ, ਸਾਸਾ ਰਾਮ ਦੀ ਸੰਗਤ ਦਾ ਪ੍ਰੇਮ ਵੇਖ ਕੇ, ਜ਼ੀਨ ਪਵਾਇਓ ਰਚਰਤ ਰੰਗ, ਮਹਾਰਾਜ ਆਪਣੇ ਸੋਹਣੇ ਘੋੜੇ ਤੇ ਕਾਠੀ ਪਵਾਈ ਹੈ। ਪਏ ਤਿਆਰ ਨਿਜ ਸਿੱਖਨ ਸੰਗ, ਤੇ ਆਪ ਸ਼ਸਤਰ ਬਸਤਰ ਪਹਿਨ ਕੇ ਆਪਣੇ ਸਿੱਖਾਂ ਸਮੇਤ ਗੁਰੂ ਤੇਗ ਬਹਾਦਰ ਸਾਹਿਬ ਜੀ ਤਿਆਰ ਬਰ ਤਿਆਰ ਹੋਏ ਹਨ। ਹੈ ਅਰੂੜ ਤਿਸ ਦਿਸ਼ ਕੋ ਚਲੇ, ਤੇ ਘੋੜੇ ਤੇ ਸਵਾਰ ਹੋ ਕੇ ਬਾਗ ਵਾਲੇ ਪਾਸੇ ਨੂੰ ਚੱਲ ਪਏ ਹਨ। ਆਗੇ ਕਰਹਿ ਕੀਰਤਨ ਭਲੇ, ਤੇ ਅੱਗੇ ਸੰਗਤਾਂ ਕੀਰਤਨ ਕਰਦੀਆਂ ਬਾਣੀ ਪੜ੍ਹਦੀਆਂ ਜਾ ਰਹੀਆਂ ਨੇ। ਸੰਗਤ ਬ੍ਰਿੰਦ ਭਜਨ ਕੋ ਕਰਤੇ, ਬੇਅੰਤ ਸੰਗਤਾਂ, ਕਿਉਂਕਿ 700 ਦਾ ਮਹਾਰਾਜ ਦੇ ਨਾਲ ਸਾਧੂ ਹੀ ਸਨ। ਬਾਕੀ ਗੁਰੂ ਦੀ ਫੌਜ ਵੀ ਬੜੀ ਸੀ, 500-700 ਫੌਜੀ ਯੋਧੇ ਸਨ। ਮਾਮਾ ਕਿਰਪਾਲ ਚੰਦ ਜੀ ਸਨ, ਹੋਰ ਬੜੇ ਬੜੇ ਨਾਮ ਜਪਣ ਵਾਲੇ ਮਹਾਂਪੁਰਸ਼ ਗੁਰਸਿੱਖ ਸਨ। ਤੇ ਸ਼ਹਿਰ ਦੀ ਸੰਗਤ ਵੀ ਬੜੀ ਇਕੱਠੀ ਹੋਈ। ਇੱਕ ਬੜਾ ਵੱਡਾ ਨਗਰ ਕੀਰਤਨ ਜਾ ਰਿਹਾ, ਇੱਕ ਬੜਾ ਵੱਡਾ ਜਾਹੋ ਜਲਾਲ ਵਾਲਾ ਸਤਿਗੁਰਾਂ ਦਾ ਜਲਵਾ ਫਰੋਸ ਜਲੂਸ ਜਾ ਰਿਹਾ। ਗੁਰੂ ਸਾਹਿਬ ਘੋੜੇ ਦੇ ਸਵਾਰ ਹਨ, ਸੀਸ ਤੇ ਛਤਰ ਝੂਲਦੇ ਹਨ। ਗਮਨਤ ਗੁਰ ਕੋ ਦਰਸ਼ਨ ਹਰਤੇ, ਸ਼ਹਿਰ ਦੀਆਂ ਸੰਗਤਾਂ ਹੱਥ ਜੋੜ ਕੇ ਗਲੀਆਂ ਬਾਜ਼ਾਰਾਂ 'ਚ ਖੜੀਆਂ ਨੇ, ਫੁੱਲਾਂ ਦੀ ਵਰਖਾ ਕਰਦੀਆਂ ਨੇ। ਕਿਉਂਕਿ ਉਦੋਂ ਅੱਜ ਵਰਗਾ ਹਿੰਦੂ ਸਿੱਖ ਦਾ ਸਵਾਲ ਨਹੀਂ ਸੀ ਸਾਧ ਸੰਗਤ ਜੀ। ਉਦੋਂ ਹਿੰਦੂ ਮੁਸਲਮਾਨ ਲੋਕ ਜਿਹੜੇ ਨੇਕ ਲੋਕ ਸਨ, ਉਹ ਸਾਰੇ ਧਰਮਾਂ ਦੇ ਮਹਾਂਪੁਰਸ਼ਾਂ ਦਾ ਸਤਿਕਾਰ ਕਰਿਆ ਕਰਦੇ ਸਨ। ਅੱਜ ਕੱਲ੍ਹ ਤੇ ਅਸੀਂ ਬੜੇ ਸੀਮਤ ਜਿਹੇ ਹੋ ਗਏ ਹਾਂ, ਤੇ ਉਹ ਸੀਮਤ ਦਾਇਰੇ ਵਿੱਚ ਫਿਰ ਸਾਨੂੰ ਦਿੱਕਤਾਂ ਵੀ ਬੜੀਆਂ ਆ ਰਹੀਆਂ ਨੇ। ਉਸ ਵੇਲੇ ਸਾਰੇ ਹੀ ਗੁਰੂ ਨੂੰ ਮੰਨਦੇ ਸਨ। ਸੋ ਸਾਰੀਆਂ ਗੁਰੂ ਦੀਆਂ ਸੰਗਤਾਂ, ਸ਼ਹਿਰ ਦੇ ਲੋਕ, ਉਹ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ ਵੀ ਸਾਡੇ ਸਤਿਗੁਰੂ ਆਏ ਹਨ। ਪਹੁੰਚੇ ਚੱਲ ਕਰ ਬਾਗ ਮਜਾਰ, ਇਸ ਤਰ੍ਹਾਂ ਹਜ਼ਾਰਾਂ ਸੰਗਤਾਂ ਦੇ ਸਹਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਸੋਹਣੇ ਬਾਗ ਵਿੱਚ ਪਹੁੰਚੇ ਹਨ। ਚੌਹਾਂ ਦਿਸ਼ ਮਹਿ ਸਿੱਖ ਜੈ ਜੈਕਾਰ, ਚਾਰੇ ਪਾਸੇ ਸਿੱਖ ਜੈ ਜੈਕਾਰ ਕਰ ਰਹੇ ਨੇ, ਗੁਰੂ ਸਾਹਿਬ ਜੀ ਦੇ ਨਾਮ ਦੇ ਜੈਕਾਰੇ ਲਾ ਰਹੇ ਨੇ। ਸੁੰਦਰ ਜਹਾਂ ਸਥਾਨ ਬਨਾਇਵ, ਜਿੱਥੇ ਬੜਾ ਸੋਹਣਾ ਸਥਾਨ ਥੜਾ ਬਣਿਆ, ਬਾਗ ਦੇ ਵਿਚਕਾਰ ਫੁਹਾਰੇ ਚੱਲ ਰਹੇ ਨੇ, ਸੋਹਣੀਆਂ ਕੂਲਾਂ ਚੱਲ ਰਹੀਆਂ ਨੇ, ਖੂਹ ਚੱਲ ਰਹੇ ਨੇ, ਖੂਹ ਦੇ ਵਿੱਚੋਂ ਪਾਣੀ ਵਗ ਰਿਹਾ, ਖੇਤਾਂ ਵਿੱਚ ਜਾ ਰਿਹਾ, ਖਾਲਾਂ ਵਿੱਚ ਜਾ ਰਿਹਾ ਹੈ। ਤਹਾਂ ਜਾਏ ਸਤਿਗੁਰ ਉਤਰਾਇਵ, ਮਹਾਰਾਜ ਜੀ ਨੂੰ ਜਾ ਕੇ ਉਸ ਥੜੇ ਦੇ ਉੱਤੇ ਉਤਾਰਿਆ ਗਿਆ। ਘੋੜੇ ਤੋਂ ਉਤਰੇ ਨੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ। ਸੁੰਦਰ ਆਨ ਪ੍ਰਯੰਕ ਦਸਾਇਵ, ਬੜਾ ਸੋਹਣਾ ਪਲੰਗ ਲਾ ਕੇ ਥੜੇ ਦੇ ਉੱਤੇ ਡਾਇਆ ਗਿਆ ਹੈ। ਚੌਹਾਂ ਦਿਸ਼ ਫਰਸ਼ ਅਪਰ ਕਰਵਾਇਵ, ਤੇ ਬਾਗ ਦੇ ਵਿੱਚ ਆਲੇ ਦੁਆਲੇ ਥੜੇ ਦੇ ਬੜੇ ਸੋਹਣੇ ਕਾਲੀਨ, ਗਲੀਚੇ, ਚਾਦਰਾਂ, ਦਰੀਆਂ ਵਿਛਾਈਆਂ ਗਈਆਂ ਸਨ ਵੀ ਮਹਾਰਾਜ ਆਉਣਗੇ ਤੇ ਸੰਗਤਾਂ ਵੀ ਬੈਠਣਗੀਆਂ, ਦੀਵਾਨ ਸਜੇਗਾ। ਗੁਰੂ ਸਾਹਿਬ ਸਭ ਦੇ ਵਿਚਕਾਰ ਏਦਾਂ ਸੋਭਦੇ ਨੇ ਜਿਵੇਂ ਸਾਧ ਸੰਗਤ ਦੀ ਤਾਰਿਆਂ ਵਿੱਚ ਚੰਨ ਸੋਭਦਾ ਹੈ।
ਇਸ ਤਰ੍ਹਾਂ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੈ। ਭਜਨ ਆਨੰਦ ਕਰਤ ਤਹ ਬੈਸੇ। ਉੱਥੇ ਬਹਿ ਕੇ ਕੀਰਤਨ ਸ਼ੁਰੂ ਹੋ ਗਿਆ। ਬੜਾ ਭਜਨ ਆਨੰਦ, ਕਿਉਂਕਿ ਜਿੱਥੇ ਵੀ ਗੁਰੂ ਸਾਹਿਬ ਜਾ ਕੇ ਬੈਠਦੇ ਸਨ, ਕੀਰਤਨ ਕਰਦੇ ਸਨ, ਭਜਨ ਕਰਦੇ ਸਨ, ਕਥਾ ਕਰਦੇ ਸਨ, ਪਰਮੇਸ਼ਰ ਦੀਆਂ ਹੀ ਬਾਤਾਂ ਕਰਦੇ ਸਨ। ਸੰਸਾਰੀ ਗੱਲਾਂ ਮਹਾਰਾਜ ਨਹੀਂ ਸੀ ਕਰਦੇ। ਤੇ ਗੁਰੂ ਘਰ ਵਿੱਚ ਆ ਕੇ ਵੀ ਜੇ ਸੰਸਾਰੀ ਗੱਲਾਂ ਕਰਨੀਆਂ, ਫਿਰ ਗੁਰੂ ਘਰ ਆਉਣ ਦਾ ਕੀ ਫਾਇਦਾ? ਫਿਰ ਬਾਹਰ ਦੁਨੀਆ ਕਰੀ ਜਾਂਦੀ ਹੈ। ਸੋ ਗੁਰੂ ਕੇ ਸਿੱਖ ਗੁਰੂ ਕੋਲ ਆਉਂਦੇ, ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ ਕਰਦੇ ਹਨ। ਰਘੁਨੰਦਨ ਮੁਨ ਗਨ ਮਹਿ ਜੈਸੇ। ਗੁਰੂ ਤੇਗ ਬਹਾਦਰ ਸਾਹਿਬ ਜੀ ਹਜ਼ਾਰਾਂ ਸੰਗਤਾਂ ਵਿੱਚ ਬੈਠੇ ਆ। ਬਿਹਾਰ ਦੇ ਲੋਕ ਆਲੇ ਦੁਆਲੇ ਬੈਠੇ, ਬੜੇ ਸ਼ਰਧਾਲੂ ਲੋਕ ਹਨ, ਪਿੰਡਾਂ ਦੇ, ਸ਼ਹਿਰਾਂ ਦੇ, ਤੇ ਉਹਨਾਂ ਵਿੱਚ ਸਤਿਗੁਰੂ ਜੀ ਬੈਠੇ ਹੋ ਸੋਭਦੇ ਹਨ ਜਿਵੇਂ ਸ੍ਰੀ ਰਾਮ ਚੰਦਰ ਜੀ ਮਹਾਰਾਜ ਰਿਸ਼ੀਆਂ ਮੁਨੀਆਂ ਦੀ ਸਭਾ ਵਿੱਚ ਸੋਭਾ ਪਾਇਆ ਕਰਦੇ ਸਨ। ਮਾਲੀ ਫੂਲਨ ਮਾਲ ਵਿਸਾਲ। ਉਸ ਬਾਗ ਦੇ ਸਿਆਣੇ ਮਾਲੀਆਂ ਨੇ ਚੰਗੇ ਚੰਗੇ ਸੋਹਣੇ ਸੋਹਣੇ ਫੁੱਲ ਚੁਣ ਕੇ ਉਹਨਾਂ ਦੀ ਮਾਲਾ ਤਿਆਰ ਕੀਤੀ ਹੋਈ ਹੈ। ਅਪਰ ਪੁਸ਼ਪ ਬਹੁ ਰੰਗਨ ਜਾਲ। ਔਰ ਰੰਗ ਰੰਗ ਦੇ ਫੁੱਲਾਂ ਦੀਆਂ ਡਾਲੀਆਂ ਤਿਆਰ ਕੀਤੀਆਂ ਹਨ। ਬੜੇ ਸੋਹਣੇ ਗਮਲੇ ਸਜਾਏ ਹਨ। ਫਲ ਮਧੁਰੇ ਅਰ ਤੁਰਸ਼ ਅਨੇਕ। ਉਸ ਗੁਰੂ ਦੇ ਬਾਗ ਦੇ ਮਿੱਠੇ, ਤੁਰਸ਼, ਖੱਟੇ, ਕਈ ਪ੍ਰਕਾਰ ਦੇ ਫਲ। ਕੀਨੇ ਅਰਪਨ ਜਲਦ ਬਿਬੇਕ। ਉਹ ਟੋਕਰਿਆਂ ਦੇ ਟੋਕਰੇ ਭਰ ਕੇ ਅੰਬਾਂ ਦੇ, ਅਮਰੂਦਾਂ ਦੇ, ਸੇਬਾਂ ਦੇ, ਕੇਲਿਆਂ ਦੇ, ਔਰ ਭਾਂਤ ਭਾਂਤ ਦੇ ਅਨਾਰ, ਖੁਰਮੇ, ਖਿਰਨੀਆਂ ਆਦਿਕ ਸਾਰੇ ਫਲ ਲਿਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕੀਤੇ ਹਨ। ਬਹੁਤ ਭਾਂਤ ਕੇ ਬਿਟਪ ਦਿਖਾਏ। ਤੇ ਸਤਿਗੁਰੂ ਜੀ ਨੂੰ ਦਿਖਾਇਆ ਵੀ ਹੈ ਬਾਗ ਵੀ। ਮਹਾਰਾਜ ਤੁਹਾਡੀ ਕਿਰਪਾ ਨਾਲੇ ਦੇਖੋ ਕਿੰਨੇ ਕਿੰਨੇ ਸੋਹਣੇ ਬੂਟੇ ਲੱਗੇ ਹਨ। ਸ਼੍ਰੀ ਸਤਿਗੁਰ ਹਿਤ ਜੇ ਲਗਵਾਏ। ਇਹ ਸਾਰੇ ਸਤਿਗੁਰੂ ਜੀ ਆਪ ਜੀ ਦੇ ਵਾਸਤੇ ਲਵਾਏ ਹਨ। ਸਾਧ ਸੰਗਤ ਜੀ, ਕਿੰਨਾ ਪਿਆਰ ਹੋਵੇਗਾ ਉਹਨਾਂ ਸਿੱਖਾਂ ਨੂੰ। ਬਾਗ ਲਾਣਾ ਕੋਈ 1-2 ਦਿਨ ਦਾ ਕੰਮ ਨਹੀਂ ਹੁੰਦਾ। ਫਿਰ ਉਸ ਬਾਗ ਨੂੰ ਪਾਲ ਕੇ ਜਵਾਨ ਕੀਤਾ ਹੋਇਆ। ਹੋ ਸਕਦਾ 5 ਸਾਲ ਪਹਿਲਾਂ ਲਾਇਆ ਹੋਵੇ, 10 ਸਾਲ ਪਹਿਲਾਂ ਲਾਇਆ ਹੋਵੇ। ਇਸ ਉਮੀਦ ਨਾਲ ਵੀ ਗੁਰੂ ਸਾਹਿਬ ਆ ਕੇ ਇੱਕ ਵਾਰੀ ਇਸ ਬਾਗ ਵਿੱਚ ਚਰਨ ਪਾ ਦੇਣਗੇ, ਸਾਡੀ ਸਾਰੀ ਘਾਲਣਾ ਸਫਲ ਹੀ ਹੋ ਜਾਏਗੀ। ਇਹ ਗੁਰੂ ਕੇ ਸਿੱਖਾਂ ਦੇ ਹਿਰਦੇ ਦਾ ਪਿਆਰ ਹੈ। ਤੇ ਮਹਾਰਾਜ ਜੀ ਸਭ ਤੁਹਾਡੇ ਵਾਸਤੇ ਬੂਟੇ ਲਾਏ ਹਨ। ਨਹਿਰ ਨੀਰ ਕੀ ਬਹੁਤ ਚਲਾਈ। ਔਰ ਵਿੱਚ ਬਹੁਤ ਵੱਡਾ ਖੂਹ ਲਾਇਆ ਹੈ ਤੇ ਵਿੱਚ ਛੋਟੀਆਂ ਛੋਟੀਆਂ ਨਹਿਰਾਂ ਚਲਾਈਆਂ ਪਾਣੀ ਦੀਆਂ, ਖਾਲਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ, ਵਹਿਣੀਆਂ। ਉਹਨਾਂ ਵਿੱਚ ਪਾਣੀ ਵਗ ਵਗ ਕੇ ਤੇ ਉਹ ਖੇਤਾਂ ਨੂੰ, ਬੂਟਿਆਂ ਨੂੰ ਜਾ ਲੱਗਦਾ ਹੈ। ਚੌਹਾਂ ਦਿਸ਼ ਮਹਿ ਦੁਰਬਾ ਛਿਰਕਾਈ। ਤੇ ਚਾਰੇ ਪਾਸੇ ਬੜੀ ਸੋਹਣੀ ਹਰੀ ਹਰੀ ਘਾਹ ਵੀ ਲੱਗੀ ਹੈ। ਸਾਰੇ ਪਾਸੇ ਸੁੰਦਰ ਹੈ ਬਾਗ, ਕਹਿਣ ਦੀ ਬਾਤ ਨਹੀਂ ਹੈ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪਰਵਾਨ। ਬੇਲਨ ਕੇ ਵਿਸਤਾਰ ਬਡੇਰੇ। ਔਰ ਬੜੇ ਬੜੇ ਸੋਹਣੇ ਬੇਲਦਾਰ ਬੂਟੇ ਲਾਏ ਹਨ। ਸੰਗਤ ਸਹਿਤ ਗੁਰੂ ਸਭ ਹੇਰੇ। ਮਹਾਰਾਜ ਉੱਠ ਕੇ ਬਾਗ ਦੀ ਸੈਰ ਕਰਨ ਵੀ ਗਏ ਹਨ। ਮਹਾਰਾਜ ਦੇ ਨਾਲ ਸਾਰੀ ਸੰਗਤ ਗਈ ਹੈ। ਪਿੱਛੇ ਪਿੱਛੇ ਸੰਗਤ ਹੈ, ਉਦਾਸੀ ਸਾਧੂ ਹਨ, ਸੰਨਿਆਸੀ ਹਨ, ਬੈਰਾਗੀ ਹਨ, ਮਹਾਰਾਜ ਦੀ ਫੌਜ ਦੇ ਯੋਧੇ ਹਨ। ਤੇ ਸ਼ਹਿਰ ਸਸਨਾਮ ਦੀਆਂ ਸੰਗਤਾਂ, ਚਾਚਾ ਫੱਗੂ ਮਾਲੂਮ ਮਹਾਰਾਜ ਦੇ ਨਾਲ ਨਾਲ ਜਾਂਦਾ। ਸਤਿਗੁਰੂ ਜੀ ਅੰਬਾਂ ਦੇ ਬੂਟੇ ਹਨ, ਗਰੀਬ ਨਵਾਜ, ਇਹਨੂੰ ਇਸ ਤਰ੍ਹਾਂ ਦੇ ਫਲ ਲੱਗਦੇ ਹਨ। ਅੰਬਾਂ ਵਿੱਚ ਵੀ ਕਈ ਕਿਸਮਾਂ ਦੇ ਅੰਬ ਹਨ। ਫਿਰ ਅਮਰੂਦਾਂ ਵਿੱਚ ਹਨ ਕਈ ਕਿਸਮ ਦੇ, ਅਨਾਰਾਂ ਦੇ ਬੂਟੇ ਹਨ, ਵੰਨ ਸੁਵੰਨੇ ਫਲਾਂ ਦੇ ਬੂਟੇ ਹਨ। ਸਤਿਗੁਰੂ ਜੀ ਨੂੰ ਚਾਚਾ ਫੱਗੂ ਮੱਲ ਸਸਨਾਮ ਦੀਆਂ ਸੰਗਤਾਂ ਦਿਖਾਉਂਦੀਆਂ ਹਨ। ਸਗਰੇ ਦਿਵਸ ਬਸੇ ਤਿਸ ਬਾਗ। ਅੱਜ ਸਾਰਾ ਦਿਨ ਹੀ ਮਹਾਰਾਜ ਉਸ ਬਾਗ ਵਿੱਚ ਹੀ ਰਹੇ ਹਨ। ਜਿਉਂ ਸਵੇਰ ਦੇ ਗਏ ਨੇ, ਸ਼ਾਮ ਤੱਕ ਉੱਥੇ ਹੀ ਦੀਵਾਨ ਲੱਗਦਾ ਰਿਹਾ। ਬਾਗ ਵਿੱਚ ਹੀ ਕੀਰਤਨ ਕਥਾ ਹਰੀ ਜਸ ਹੁੰਦਾ ਰਿਹਾ। ਬਾਗ ਵਿੱਚ ਹੀ ਲੰਗਰ ਚੱਲਦਾ ਰਿਹਾ। ਬਾਗ ਵਿੱਚ ਹੀ ਸੰਗਤਾਂ ਫਲ ਫਰੂਟ ਛਕਦੀਆਂ ਰਹੀਆਂ। ਉਹ ਸਾਰਾ ਦਿਨ ਬਾਗ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਹੇ ਹਨ। ਹੇਰ ਹੇਰ ਸੰਗਤ ਅਨੁਰਾਗ। ਸੰਗਤ ਦਾ ਪ੍ਰੇਮ ਵੇਖ ਕੇ ਗੁਰੂ ਸਾਹਿਬ ਬੜੇ ਖੁਸ਼ ਹੋਏ ਹਨ ਕਿ ਗੁਰੂ ਕੀ ਸੰਗਤ ਕਿੰਨੇ ਪਿਆਰ ਦੇ ਨਾਲ, ਕਿੰਨੀ ਸ਼ਰਧਾ ਦੇ ਨਾਲ ਸਾਡੇ ਵਾਸਤੇ ਬਾਗ ਲਵਾਇਆ ਹੈ। ਕਰੀ ਭਾਵਨਾ ਪੂਰਨ ਨੀਕੇ। ਤੇ ਉਹਨਾਂ ਸਿੱਖਾਂ ਦੀਆਂ ਭਾਵਨਾ ਪੂਰਨ ਕਰ ਦਿੱਤੀਆਂ, ਕਿਉਂਕਿ ਗੁਰੂ ਮਹਾਰਾਜ
ਗੋਬਿੰਦ ਭਾਉ ਭਗਤ ਦਾ ਭੁੱਖਾ। ਮੇਰੇ ਪਾਤਸ਼ਾਹ ਨੂੰ ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ, ਮਹਾਰਾਜ ਪ੍ਰੇਮ ਦੇ ਭੁੱਖੇ ਹਨ। ਤਰਤ ਜੋ ਰਹੇ ਮਨੋਰਥ ਜੀ ਕੇ, ਔਰ ਮਨ ਦੇ ਵਿੱਚ ਜਿਹੜੇ ਜਿਹੜੇ ਵੀ ਮਨੋਰਥ ਸਨ ਉਹ ਮਹਾਰਾਜ ਨੇ ਸਿੱਖਾਂ ਦੇ ਪੂਰੇ ਕੀਤੇ ਹਨ। ਇਤ ਉਤ ਨਿਜ ਦ੍ਰਿਸ਼ਟੀ ਕੋ ਪ੍ਰੇਰਤ, ਇਧਰ ਉਧਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਦ੍ਰਿਸ਼ਟੀ ਫੇਰਦੇ ਹਨ, ਬਾਗ ਵੱਲ ਵੀ ਦੇਖਦੇ ਹਨ ਤੇ ਆਪਣੀਆਂ ਸੰਗਤਾਂ ਵੱਲ ਵੀ ਦੇਖਦੇ ਹਨ, ਕਿਉਂਕਿ ਅਸਲ ਬਾਗ ਤਾਂ ਗੁਰੂ ਕੇ ਸਿੱਖਾਂ ਦਾ ਪੰਥ ਹੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਨੇ, ਏਕ ਬਗੀਚਾ ਪੇੜ ਘਨ ਕਰੀਆ, ਅੰਮ੍ਰਿਤ ਨਾਮ ਤਹਾਂ ਮੈਂ ਫਲੀਆ, ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਐ ਪਦ ਨਿਰਵਾਨੀ, ਆਸ ਪਾਸ ਬਿਖੁਆ ਕੇ ਕੁੰਟਾ, बीच ਅੰਮ੍ਰਿਤ ਹੈ ਭਾਈ ਰੇ, ਸਿੰਚਨ ਹਾਰੇ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਬਗੀਚਾ ਹੈ, ਇਹਦੇ ਵਿੱਚ ਮਾਲੀ ਗੁਰੂ ਸਾਹਿਬ ਆਪ ਹੀ ਹਨ ਤੇ ਸਾਰੇ ਬੂਟਿਆਂ ਭਾਵ ਸਿੱਖਾਂ ਵੱਲ ਦੇਖਦੇ ਹਨ। ਰਚਨਾ ਉਪਬਨ ਕੀ ਸਭ ਹੇਰਤ, ਮਹਾਰਾਜ ਬਾਗ ਦੀ ਰਚਨਾ ਵੇਖ ਰਹੇ ਹਨ। ਕੈਸਾ ਸੋਹਣਾ ਬਾਗ ਹੈ, ਗੁਰੂ ਕਾ ਬਾਗ ਹੈ। ਸਾਧ ਸੰਗਤ ਜੀ, ਕਵਿਰਾਜ ਭਾਈ ਸੰਤੋਖ ਸਿੰਘ ਜੀ ਬੜੇ ਡੂੰਘੇ ਅਰਥਾਂ ਵਿੱਚ ਚਲੇ ਗਏ ਹਨ। ਇਹ ਜਿਹੜਾ ਚਿਤਰਣ ਕੀਤਾ ਹੈ ਨਾ, ਇਹ ਬੜੇ ਗਹਿਰੇ ਜਾ ਕੇ ਕੀਤਾ ਹੈ, ਉੱਪਰੋਂ ਨਹੀਂ ਹੋ ਰਿਹਾ ਹੈ, ਇਹ ਬੜਾ ਅੰਦਰੋਂ ਆ ਰਿਹਾ ਹੈ ਚਿਤਰਣ ਬਾਗ ਦਾ। ਇਹਦੇ ਵਿੱਚ ਬਾਗ ਗੁਰੂ ਕਾ ਬਾਗ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਾਗ ਹੈ। ਇਹਦੇ ਵਿੱਚ ਗੁਰੂ ਕੇ ਸਿੱਖਾਂ ਰੂਪੀ ਸੋਹਣੇ ਅੰਬਾਂ ਦੇ ਬੂਟੇ ਹਨ, ਜਿਨ੍ਹਾਂ ਨੂੰ ਬੜੀ ਭਗਤੀ ਪਿਆਰ ਦੇ ਸੋਹਣੇ ਫਲ ਲੱਗਦੇ ਹਨ। ਚਾਚਾ ਫੱਗੋਮੱਲ ਵਰਗੇ ਗੁਰਸਿੱਖ ਵਿੱਚ ਫਿਰਦੇ ਹਨ। ਮਹਾਰਾਜ ਬਾਗਾਂ ਵੱਲ ਵੀ ਦੇਖਦੇ, ਬੂਟਿਆਂ ਵੱਲ ਵੀ ਦੇਖਦੇ ਆ, ਆਪਣੀਆਂ ਸੰਗਤਾਂ ਵੱਲ ਵੀ ਕਿਰਪਾ ਦ੍ਰਿਸ਼ਟੀ ਕਰਦੇ ਐ। ਜਾਨ ਪ੍ਰੇਮ ਸਿੱਖਨ ਕੋ ਜਾਲ, ਇਹਨਾਂ ਪਿਆਰੇ ਸਿੱਖਾਂ ਦਾ ਪ੍ਰੇਮ ਵੇਖ ਕੇ, ਸਤਿਨਾਮ ਦੀਆਂ ਸੰਗਤਾਂ ਦੀ ਸ਼ਰਧਾ ਵੇਖ ਕੇ, ਅਨਿਓ ਬਚਨ ਤੁਮ ਪਏ ਨਿਹਾਲ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਰਸਨਾ ਤੋਂ ਵਰ ਦਿੱਤਾ, ਤੁਸੀਂ ਨਿਹਾਲ ਹੋ ਸਿੱਖੋ, ਤੁਸੀਂ ਨਿਹਾਲ ਹੋ ਗਏ। ਭਈ ਨਿਹਾਲ 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 ਹੀ ਕਰ ਦਿੱਤਾ ਗੁਰੂ ਸਾਹਿਬ ਜੀ ਨੇ। ਸਾਂਝ ਭਈ ਲੈ ਸੰਗਤ ਸੰਗ, ਜਦੋਂ ਸ਼ਾਮ ਹੋਈ ਹੈ, ਮਹਾਰਾਜ ਆਪਣੀਆਂ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰ ਭਏ ਅਰੂੜ ਤਰੰਗ, ਆਪਣੇ ਘੋੜੇ ਤੇ ਸਵਾਰ ਹੋਏ ਹਨ। ਸਨੇ ਸਨੇ ਪੁਨਪੁਰ ਮਹਿ ਆਏ, ਸਹਜੇ ਸਹਜੇ ਗੁਰੂ ਸਾਹਿਬ ਨਗਰ ਵਿੱਚ ਆ ਗਏ ਹਨ। ਉਤਸਵ ਕਰਤ ਅਨੇਕ ਮਨ ਪਾਏ, ਔਰ ਬੜੇ ਸੋਹਣੇ ਸੁੰਦਰ ਉਤਸ਼ਾਹ ਹੋ ਰਹੇ ਹਨ। ਧਰਮਸਾਲ ਮਹਿ ਉਤਰੇ ਜਾਏ, ਔਰ ਧਰਮਸ਼ਾਲਾ ਵਿੱਚ ਆ ਗਏ ਹਨ। ਜੋ ਸਭ ਸੰਗਤ ਕੀਨ ਬਨਾਏ, ਔਰ ਸਾਧ ਸੰਗਤ ਜੀ, ਇਹ ਧਰਮਸ਼ਾਲਾ ਗੁਰੂ ਕੀ ਸੰਗਤ ਨੇ ਗੁਰੂ ਵਾਸਤੇ ਬਣਾਈ ਹੈ, ਗੁਰਦੁਆਰਾ ਬਣਾਇਆ ਹੈ। ਇੱਥੇ ਦੱਸਦੇ ਨੇ 9 ਯਾਦਗਾਰਾਂ ਹਨ। ਘਰਾਂ ਦੇ ਵਿੱਚ ਗੁਰੂ ਘਰ ਵੀ ਹਨ ਤੇ ਗੁਰਸਿੱਖਾਂ ਦੇ ਘਰਾਂ ਵਿੱਚ ਵੀ ਗੁਰਦੁਆਰੇ ਹਨ ਛੋਟੇ ਛੋਟੇ। ਤੇ ਉਹ ਜਿਹੜਾ ਬਾਗ ਹੈ ਉਹ ਵੀ ਕਈ ਵਾਰੀ ਇਤਿਹਾਸ ਵਿੱਚ ਆਇਆ ਵੀ ਕੁਝ ਲੋਕਾਂ ਨੇ, ਦੀਵਾਨ ਦੀ ਸ਼ਰਾਰਤੀ ਲੋਕਾਂ ਨੇ, ਸਰਕਾਰੀ ਬੰਦਿਆਂ ਨੇ ਹੜੱਪਣ ਦੀ ਕੋਸ਼ਿਸ਼ ਕੀਤੀ ਸੀ। ਅੱਜ ਤੋਂ 50 ਸਾਲ ਪਹਿਲਾਂ ਇੱਕ ਤਿਆਰ ਬਰ ਤਿਆਰ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘ ਸਾਹਿਬ ਜੀ ਨੇ ਉੱਥੇ ਜਾ ਕੇ ਮੋਰਚਾ ਲਾਇਆ ਤੇ ਉਹ ਸੰਗਤਾਂ ਨੇ ਉਹਨਾਂ ਦਾ ਸਹਿਯੋਗ ਦਿੱਤਾ ਤੇ ਫਿਰ ਉਸ ਮੋਰਚਾ ਫਤਿਹ ਹੋਇਆ। ਸੋ ਇਸ ਤਰ੍ਹਾਂ ਹੁਣ ਬਿਹਾਰ ਵਿੱਚ ਖਾਲਸਾ ਜੀ ਗੁਰਦੁਆਰੇ ਬੜੇ ਹਨ, ਪਰ ਅਸੀਂ ਉਹਨਾਂ ਇਤਿਹਾਸਿਕ ਗੁਰਦੁਆਰਿਆਂ ਤੋਂ ਜਦੋਂ 84 ਦਾ ਭਾਣਾ ਵਰਤਿਆ ਹੈ ਨਾ, ਉਹ ਜਿਹੜੀ ਹਿੰਦੂ ਸਿੱਖ ਦੀ ਵੈਰ ਵਿਰੋਧਤਾ ਬਣੀ ਹੈ, ਕਈ ਵੀਰਾਂ ਨੂੰ ਪੰਜਾਬ ਆਉਣਾ ਪੈ ਗਿਆ, ਸੰਗਤਾਂ ਉਧਰ ਘਟ ਗਈਆਂ। ਜਿਹੜੇ ਹਿੰਦੂ ਲੋਕ ਸ਼ਰਧਾ ਰੱਖਦੇ ਸਨ ਉਹਨਾਂ ਦੀ ਸ਼ਰਧਾ ਵੀ ਤੋੜ ਦਿੱਤੀ ਗਈ। ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹਨ, ਚਿੰਤਾ ਦਾ ਵਿਸ਼ਾ ਹੈ। ਜਿਵੇਂ ਪਿੱਛੇ ਜੀ ਪਿੰਡ ਸੈਯਦ ਪੀਰ ਦੀ ਇੱਕ ਗੱਲ ਚੱਲੀ ਸੀ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਉਹਦਾ ਇਤਿਹਾਸ ਮਿਲਦਾ, ਉਹ ਵੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਸੀ, ਪਰ 150 ਸਾਲ ਪਹਿਲਾਂ ਉਹ ਸਥਾਨ ਢਹਿ ਗਿਆ। ਹੌਲੇ ਹੌਲੇ ਉੱਥੇ ਸਿਰਫ ਇੱਕ ਕਮਰਾ ਹੀ ਹੈ ਜਿਹਦੇ 'ਚੋਂ ਪੰਡਤ ਜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਰਹੇ। ਤੇ ਸਮੇਂ ਨਾਲ ਭਾਈ ਧੰਨਾ ਸਿੰਘ ਜੀ ਸਾਈਕਲ ਯਾਤਰੀ ਨੇ 1930 ਦੇ ਵਿੱਚ ਵੀ ਉੱਥੇ ਜਾ ਕੇ ਦੇਖਿਆ ਸੀ। ਉਦੋਂ ਵੀ ਗੁਰਦੁਆਰਾ ਨਹੀਂ ਸੀ, ਭਾਵ ਹਾਲਾਤ ਉਦੋਂ ਵੀ ਮਸਤਾਨੇ ਸਨ, ਹੁਣ ਉਦੋਂ ਵੀ ਮਸਤਾਨੇ ਹੋ ਚੱਲੇ ਆ। ਇਹ ਸਾਨੂੰ ਸਾਰੇ ਪੰਥ ਦੇ ਜਿਹੜੇ ਠੇਕੇਦਾਰ ਬਣੇ ਹੋਏ ਆ, ਸਾਨੂੰ ਚਾਹੀਦਾ ਹੈ ਵੀ ਅਸੀਂ ਬਿਹਾਰ, ਅਸਾਮ, ਬੰਗਲਾਦੇਸ਼ ਤੱਕ ਜਿਹੜੇ ਗੁਰਦੁਆਰੇ ਹਨ, ਹਿੰਦੁਸਤਾਨ ਦੇ ਹੋਰ ਸ਼ਹਿਰਾਂ ਵਿੱਚ ਗੁਰਦੁਆਰੇ, ਅਸੀਂ ਪਾਕਿਸਤਾਨ ਦੇ ਗੁਰਦੁਆਰਿਆਂ ਲਈ ਵੀ ਅਰਦਾਸ ਕਰੀਏ
ਵੀ ਮਹਾਰਾਜ ਉਹ ਸਾਨੂੰ ਮਿਲਣ, ਸੇਵਾ ਸੰਭਾਲ ਹੋਵੇ। ਪਰ ਜਿਹੜੇ ਭਾਰਤ ਵਿੱਚ ਹਨ ਉਹਨਾਂ ਬਾਰੇ ਤਾਂ ਅਜੇ ਬਹੁਤ ਕੁਛ ਕੀਤਾ ਜਾ ਸਕਦਾ। ਉਹ ਵੀ ਸਾਨੂੰ ਉੱਥੇ ਗੁਰਸਿੱਖਾਂ ਨੂੰ ਆਬਾਦ ਕਰਨਾ ਚਾਹੀਏ। ਅਸਥਾਨ ਉੱਥੇ ਸੰਗਤਾਂ ਜੁੜਦੀਆਂ ਰਹਿਣ, ਕਾਰੋਬਾਰ ਦਈਏ ਉਹਨਾਂ ਨੂੰ। ਜਿੰਨਾ ਪੈਸਾ ਅਸੀਂ ਸਾਧ ਸੰਗਤ ਦੀ ਹੋਰ ਕੰਮਾਂ ਤੇ ਲਾ ਰਹੇ ਹਾਂ, ਕਿ ਉਹਨਾਂ ਸ਼ਹਿਰਾਂ ਦੇ ਵਿੱਚ ਸਿੱਖਾਂ ਨੂੰ ਆਬਾਦ ਕਰਨ ਤੇ ਨਹੀਂ ਲਾ ਸਕਦੇ। 100-200 ਘਰ ਸੰਗਤ ਦੇ ਹੋਣ। ਕੋਈ ਇਹੋ ਜਿਹੀ ਸੋਚ ਵੀ ਹੋਵੇ ਸਾਡੀ ਵੀ ਅਸੀਂ ਲੋਕਾਂ ਅੰਦਰ ਪਿਆਰ ਬੀਜ ਸਕੀਏ, ਨਫ਼ਰਤ ਨਾ ਬੀਜੀਏ। ਆ ਨਫ਼ਰਤ ਬੀਜ ਕੇ ਪਿਛਲੇ 30-40 ਸਾਲਾਂ ਦੇ ਵਿੱਚ ਅਸੀਂ ਬੜਾ ਨੁਕਸਾਨ ਕਰਵਾ ਚੁੱਕੇ ਹਾਂ। ਗੁਰੂ ਕਿਰਪਾ ਕਰੇ ਸਾਨੂੰ ਮੱਤ ਆ ਜਾਵੇ। ਅਸੀਂ ਗੁਰੂ ਨਾਨਕ ਦਾ ਉਹ ਪਿਆਰ ਦਾ ਪੈਗਾਮ ਕਲਗੀਧਰ ਪਾਤਸ਼ਾਹ ਦਾ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਿਤੇ ਉਹ ਸਮਾਜ ਨੂੰ ਦੇ ਸਕੀਏ। ਤੇ ਫਿਰ ਗੁਰਦੁਆਰਿਆਂ ਵਿੱਚ ਉਸੇ ਤਰ੍ਹਾਂ ਰੌਣਕਾਂ ਲੱਗ ਜਾਣ, ਨਿਸ਼ਾਨ ਸਾਹਿਬ ਝੂਲਣ, ਲੰਗਰ ਚੱਲਣ ਤੇ ਨਫ਼ਰਤ ਦਾ ਬੀਜ ਪੀਸੇ ਜਾਣ, ਖਤਮ ਹੋ ਜਾਣ ਤੇ ਪਿਆਰ ਦੇ ਅੰਕੁਰ ਫੁੱਟ ਪੈਣ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ। ਸੋ ਸਸਰਾਮ ਨਗਰ ਦੇ ਵਿੱਚ ਸੰਗਤ ਨੇ ਮਹਾਰਾਜ ਵਾਸਤੇ ਧਰਮਸ਼ਾਲਾ ਬਣਾਈ, ਗੁਰੂ ਕਾ ਬਾਗ ਲਵਾਇਆ, ਹੋਰ ਬੜੀਆਂ ਯਾਦਾਂ ਕਾਇਮ ਕੀਤੀਆਂ। ਰੁਚਿਰ ਪ੍ਰਿਯੰਕ ਸੋ ਉਪਰ ਰਾਜਾ, ਸਤਿਗੁਰੂ ਜੀ ਸੋਹਣੇ ਪਲੰਗ ਦੇ ਉੱਤੇ ਬਿਰਾਜਮਾਨ ਹੋਏ ਹਨ। ਪਿਖ ਪਿਖ ਸਿੱਖਨ ਕਲ ਮਖ ਭਾਜੈ, ਦੇਖ ਦੇਖ ਕੇ ਸਿੱਖਾਂ ਦੇ ਪਾਪ ਨਾਸ ਹੋ ਜਾਂਦੇ ਹਨ। ਭਈ ਨਿਸਾ ਪੁਨ ਮੰਗਲ ਕਰੇ, ਰਾਤ ਹੋਈ ਬੜੀ ਖੁਸ਼ੀ ਦੇ ਨਾਲ ਸੰਗਤਾਂ ਨੇ ਧੂਫ ਤੁਖਾਵਹਿ ਆਨੰਦ ਭਰੇ, ਧੂਫਾਂ ਤੁਖਾਈਆਂ ਨੇ, ਦੀਵੇ ਬਾਲ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਰੋਸ਼ਨੀ ਕੀਤੀ ਹੈ। ਦੀਪਕ ਬਾਰ ਆਰਤੀ ਸਾਜੀ, ਦੀਵੇ ਬਾਲ ਕੇ ਆਰਤੀ ਕੀਤੀ। ਅੱਜ ਕੱਲ ਸਾਧ ਸੰਗਤ ਜੀ ਇਹ ਪੰਕਤੀ ਦਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਸਹਾਰਾ ਲੈ ਕੇ ਕਈ ਪ੍ਰੇਮੀ ਆਰਤੀ ਦਾ ਖੰਡਨ ਕਰਨ ਤੁਰ ਪੈਂਦੇ। ਕਹਿੰਦੇ ਜੀ ਬਾਣੀ 'ਚ ਖੰਡਨ, ਇੱਥੇ ਕੋਈ ਖੰਡਨ ਨਹੀਂ ਹੈ। ਇੱਥੇ ਬਲਕਿ ਗਗਨਮੈ ਥਾਲ ਰਵ ਚੰਦ ਮਹਾਰਾਜ ਨੇ ਵਿਰਾਟ ਆਰਤੀ ਦਾ ਜ਼ਿਕਰ ਕੀਤਾ, ਜਿਹੜੀ ਵੱਡੀ ਹੋ ਰਹੀ ਅਕਾਲ ਪੁਰਖ ਦੀ, ਜਿਹੜੀ ਨਿਰਗੁਣ ਸਰੂਪ ਦੀ ਹੋ ਰਹੀ ਹੈ। ਤੇ ਉਹਦੇ ਵਿੱਚ ਤਾਂ ਇਹ ਵੀ ਲਿਖਿਆ ਪਵਨ ਚੌਰੋ ਕਰੇ, ਵੀ ਮਹਾਰਾਜ ਅਕਾਲ ਪੁਰਖ ਦੇ ਸੀਸ ਤੇ ਪਵਨ ਦੇਵਤਾ ਚੌਰ ਕਰ ਰਿਹਾ। ਫਿਰ ਇਹਨਾਂ ਨੂੰ ਪੁੱਛੋ ਵੀ ਤੁਸੀਂ 1500 2-2000 ਦੇ 10-10 ਹਜ਼ਾਰ ਦੇ ਲੱਖ ਰੁਪਏ ਦੇ ਚੌਰ ਗੁਰਦੁਆਰਿਆਂ 'ਚ ਕਿਉਂ ਰੱਖੇ ਨੇ, ਸੋਨੇ ਦੀ ਡੰਡੀਆਂ ਵਾਲੇ? ਇਹ ਵੀ ਚੁੱਕ ਦਿਓ ਫਿਰ। ਸੋ ਇਹ ਨਾਸਤਿਕ ਟੋਲਾ ਸਾਡੇ 'ਚ ਆ ਗਿਆ ਪਿਛਲੇ 100 ਸਾਲ 'ਚ, ਪਤਾ ਨਹੀਂ ਕੀ ਕੁਝ ਕਹਿਤਾ। ਦੀਵੇ ਬਾਲ ਕੇ ਆਰਤੀ ਕਰਨ ਨੂੰ ਮਨਮਤ ਕਹਿੰਦੇ ਆ, ਪਰ 10ਵੇਂ ਪਾਤਸ਼ਾਹ ਦੀ ਬਾਣੀ ਵਿੱਚ ਕਿਵੇਂ ਸਪਸ਼ਟ ਲਿਖਿਆ ਮਹਾਰਾਜ ਨੇ ਕਿ ਦੀਵੇ ਬਾਲ ਕੇ ਆਤ ਸੁਧਾਰ ਕੇ ਆਰਤੀ ਦੀਪ ਜਗਾਇਓ, ਫੂਲ ਸੁਗੰਧ ਅਛਤ ਦਛਨ ਜਛਨ ਜੀਤ ਕੋ ਗੀਤ ਸੁਗਾਇਓ, ਧੂਪ ਜਗਾਏ ਕੈ ਸੰਖ ਬਜਾਏ ਕੈ ਸੀਸ ਨਿਵਾਏ ਕੈ ਬੈਨ ਸੁਨਾਇਓ, हे जग माए सदा सुखदाय दा सुंभ को गाए बड़ो जस पायो, संखन की धुन घंटन की कर फूलन की बरखा बरखावे। ਤੇ ਆਰਤੀ ਦੇ ਬਾਰੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਧੂਪ ਦੀਪ ਕਿਰਤ ਸਾਜ ਆਰਤੀ ਵਾਰ ਨੇ ਜਾਓ ਕਮਲਾਪਤੀ। ਇਹ ਸ਼ਰਧਾ ਦੀਆਂ ਗੱਲਾਂ ਨੇ, ਇਹਨਾਂ ਨੂੰ ਗੁਰਮਤ ਮਨਮਤ ਦੀ ਤਕੜੀ 'ਚ ਤੋਲ ਕੇ ਨਾਸਤਕ ਬਣਾਉਣ ਵਾਲਿਆਂ ਨੇ ਬੜਾ ਨੁਕਸਾਨ ਕੀਤਾ ਹੈ। ਕਵੀਰਾਜ ਭਾਈ ਸੰਤੋਖ ਸਿੰਘ ਲਿਖਦੇ, ਸ਼ਹਿਰ ਦੀਆਂ ਸੰਗਤਾਂ ਬਲਿਹਾਰ ਜਾ ਰਹੀਆਂ, ਵਾਰੇ ਵਾਰੇ ਜਾ ਰਹੀਆਂ, ਸੱਚੇ ਪਾਤਸ਼ਾਹ ਦੀਆਂ ਆਰਤੀਆਂ ਉਤਾਰਦੀਆਂ ਹਨ। ਗਨ ਸੰਖਨ ਕੀ ਧੁਨ ਬੜ ਗਾਜੀ, ਬਹੁਤ ਸਾਰੇ ਸੰਖ ਵੱਜੇ ਨੇ, ਸੰਖਾਂ ਦੀ ਤੇ ਘੰਟਿਆਂ ਦੀ ਗਾਜ ਆਵਾਜ਼ ਹੋਈ ਹੈ। ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇਂ, ਆਰਤੀ ਕੋਟ ਕਰੇ ਸੁਰ ਸੁੰਦਰ ਪੇਖ ਪੁਰੰਦਰ ਕੇ ਬਲ ਜਾਵੇਂ। ਹਾਂਜੀ, ਫੂਲਨ ਕੀ ਬਰਖਾ ਬਰਖਾਵਹਿ, ਫੁੱਲਾਂ ਦੀ ਬਰਖਾ ਕਰਦੇ ਗੁਰੂ ਸਾਹਿਬ ਜੀ ਦੇ ਉੱਤੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸਵਾਗਤ ਕਰਦੇ, ਸਨਮਾਨ ਕਰਦੇ ਹਨ। ਮਾਲ ਵਿਸਾਲ ਗਰੇ ਪਹਿਰਾਵਹਿ, ਫੁੱਲਾਂ ਦੇ ਹਾਰ ਬਣਾ ਕੇ ਸਤਿਗੁਰਾਂ ਦੇ ਗਲ ਪਾਉਂਦੇ ਹਨ। ਸ਼ਬਦ ਕੀਰਤਨ ਕੀਨ ਵਿਸਾਲਾ, ਬਹੁਤ ਸ਼ਬਦ ਕੀਰਤਨ ਹੁੰਦਾ ਹੈ। ਜਾਗਤ ਰਹੇ ਸਿੱਖ ਤਿਸ ਕਾਲਾ, ਤੇ ਗੁਰੂ ਕੇ ਸਿੱਖ ਸਾਧ ਸੰਗਤ ਜੀ ਜਾਗ ਕੇ ਨਾਮ ਜਪਦੇ ਸਾਰੀ ਰਾਤ ਹੀ ਕੀਰਤਨ ਕਰੀ ਜਾਂਦੇ, ਕਿਉਂਕਿ ਜਿਨ੍ਹਾਂ ਨੂੰ ਗੁਰਬਾਣੀ ਦਾ ਪਿਆਰ ਲੱਗਾ ਨਾ, ਉਹਨਾਂ ਨੂੰ ਨੀਂਦਰ ਨਹੀਂ ਆਉਂਦੀ। ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਵਹਿੰਦੇ। ਜਿਨ੍ਹਾਂ ਨੂੰ ਗੁਰੂ ਦਾ ਪਿਆਰ ਲੱਗ ਗਿਆ, ਪਿੰਨੀ ਰੈਨੜੀ ਹੈ ਚਮਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਹਾਂਜੀ, ਅਨੇਕ ਪ੍ਰਕਾਰ ਨਕੇਰ ਆਹਾਰਾ, ਅਨੇਕਾਂ ਪ੍ਰਕਾਰ ਦੇ ਭੋਜਨ ਬਣੇ, ਖੀਰਾਂ ਬਣੀਆਂ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣੀਆਂ,
ਬੜੇ ਬੜੇ ਸੋਹਣੇ ਲੰਗਰ ਤਿਆਰ ਹੋਏ। ਮధుਰ ਸਲਵਣ ਸੋ ਤੁਰਸ਼ ਅਚਾਰ, ਮਿੱਠੇ ਸਲੂਣੇ ਤੁਰਸ਼ ਖੱਟ ਮਿੱਠ 6 ਰਸਾਂ ਦੇ ਸਵਾਦੀ ਭੋਜਨ ਤਿਆਰ ਹੋਏ। ਜਿਸ ਕੇ ਗ੍ਰਹਿ ਕੀ ਵਸਤ ਜੋ ਆਈ, ਜਿਹਦੇ ਘਰ ਚੋਂ ਜੋ ਵੀ ਭੇਟਾ ਆਈ ਸੀ, ਸ਼੍ਰੀ ਗੁਰੂ ਤੇਗ ਬਹਾਦਰ ਖਾਈ। ਉਹ ਮਹਾਰਾਜ ਨੇ ਸਾਰਿਆਂ ਦੇ ਘਰਾਂ ਦੀ ਆਈ ਹੋਈ ਪਦਾਰਥਾਂ ਨੂੰ ਭੋਗ ਲਾਇਆ, ਤਾਂ ਕਿ ਕਿਸੇ ਸਿੱਖ ਨੂੰ ਇਹ ਨਾ ਹੋਵੇ ਮੇਰੇ ਘਰ ਤੋਂ ਜਿਹੜਾ ਪ੍ਰਸ਼ਾਦ ਗਿਆ ਗੁਰੂ ਸਾਹਿਬ ਨੇ ਛਕਿਆ ਨਹੀਂ। ਮਹਾਰਾਜ ਨੇ ਸਾਰੇ ਸਿੱਖਾਂ ਦਾ ਪ੍ਰੇਮ ਵੇਖ ਕੇ ਕੋਈ ਮਹਾਰਾਜ ਵਾਸਤੇ ਮੇਵੇ ਲੈ ਕੇ ਆਇਆ, ਕੋਈ ਫਲ ਲੈ ਕੇ ਆਇਆ, ਕੋਈ ਕੁਛ ਵੀ ਲੈ ਕੇ ਆਇਆ, ਤੇ ਮਹਾਰਾਜ ਨੇ ਸਭ ਦਾ ਪਦਾਰਥਾਂ ਦਾ ਭੋਗ ਲਾਇਆ ਹੈ। ਸਫਲ ਜਨਮ ਤਿਨ ਆਪਣੋ ਜਾਨਾ, ਜਦੋਂ ਗੁਰੂ ਸਾਹਿਬ ਜੀ ਨੇ ਉਹਨਾਂ ਸਿੱਖਾਂ ਦੇ ਪ੍ਰੇਮ ਦੀਆਂ ਭੇਟਾਵਾਂ ਨੂੰ ਅੰਗੀਕਾਰ ਕਰ ਲਿਆ, ਉਹਨਾਂ ਦੇ ਘਰਾਂ ਦੇ ਪਕਵਾਨ ਛਕ ਲਏ, ਉਹਨਾਂ ਨੇ ਆਪਣਾ ਜਨਮ ਸਫਲਾ ਜਾਣ ਲਿਆ। ਨਿਸ਼ਚੈ ਧਰ ਜਮ ਕੋ ਦੁਖ ਹਾਨਾ, ਕਹਿੰਦੇ ਉਹਨਾਂ ਨੇ ਨਿਸ਼ਚਾ ਕਰ ਲਿਆ ਵੀ ਹੁਣ ਸਾਡਾ ਜਨਮ ਮਰਨ ਕੱਟਿਆ ਗਿਆ, ਹੁਣ ਜਮਾਂ ਦਾ ਡੰਡਾ ਨਹੀਂ ਪੈ ਸਕਦਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਡੇ ਤੇ ਕਿਰਪਾ ਹੋ ਗਈ ਹੈ। ਜੁਤ ਮਿਸਰੀ ਕੇ ਦੁਗਧ ਲਿਆਏ, ਕਹਿੰਦੇ ਦੁੱਧ 'ਚ ਮਿਸ਼ਰੀ ਪਾ ਕੇ ਲਿਆਏ ਗੁਰੂ ਸਾਹਿਬ ਜੀ ਨੂੰ ਛਕਾਉਣ ਵਾਸਤੇ। ਮਾਤ ਨਿਕਟ ਕੁਛ ਦਿਓ ਪਚਾਏ, ਕੁਝ ਦੁੱਧ ਮਾਤਾ ਨਾਨਕੀ ਜੀ ਨੂੰ ਤੇ ਮਾਤਾ ਗੁਜਰੀ ਜੀ ਨੂੰ ਛਕਣ ਲਈ ਭੇਜਿਆ ਹੈ। ਕੋ ਚਾਂਪਤ ਹੈ ਹਰਨਸ ਪ੍ਰੇਮ, ਕੋਈ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਦੇ, ਪ੍ਰੇਮ ਨਾਲ ਮੁੱਠੀ ਚਾਪੀ ਕਰਦੇ ਨੇ। ਚਾਂਕਤ ਪਾਉਨ ਚਾਹਤੇ ਛੇਮ, ਕਈ ਪੱਖਾ ਝੱਲਦੇ ਗੁਰੂ ਸਾਹਿਬ ਦੀ ਸੇਵਾ ਕਰਦੇ ਮੁਕਤੀ ਪਾਉਣ ਵਾਸਤੇ। ਧਰਮ ਸਾਲ ਮਹਿ ਕਰ ਕੈ ਸੈਨ, ਧਰਮਸਾਲ ਵਿੱਚ ਰਾਤ ਨੂੰ ਬਿਰਾਜਮਾਨ ਹੋਏ ਸਤਿਗੁਰੂ ਜੀ। ਤੀਨ ਜਾਮ ਜਬ ਬੀਤੀ ਰੈਨ, ਜਦੋਂ 3 ਪਹਿਰ ਰਾਤ ਬੀਤ ਗਈ, 1 ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦੇ 2, 2:30, 3 ਵਜੇ ਦਾ ਸਮਾਂ ਹੋਇਆ। ਉਠੇ ਪ੍ਰਭੂ ਕਰ ਸੋਚਾ ਚਾਰ, ਗੁਰੂ ਸਾਹਿਬ ਅੰਮ੍ਰਿਤ ਵੇਲੇ ਉੱਠੇ, ਸੋਚਾ ਚਾਰ, ਇਸ਼ਨਾਨ ਪਾਨ ਸੋਧਿਆ ਹੈ। ਪੁੰਨ ਇਸ਼ਨਾਨ ਕਰ ਨਿਰਮਲ ਬਾਰ, ਨਿਰਮਲ ਜਲ ਨਾਲ ਇਸ਼ਨਾਨ ਸੋਧਿਆ ਹੈ। ਬੈਠੇ ਮਨ ਕੋ ਗੁਰੂ ਟਿਕਾਏ, ਫਿਰ ਮਹਾਰਾਜ ਸਮਾਧੀ ਸਥਿਤ ਹੋ ਕੇ ਆਪਣਾ ਮਨ ਟਿਕਾ ਕੇ ਬੈਠ ਗਏ ਹਨ। ਆਸਾ ਵਾਰ ਸਿੱਖ ਤਬ ਗਾਏ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਹੈ। ਸ਼ਬਦ ਪ੍ਰੇਮ ਕੇ ਛੰਤਨ ਗਾਏ, ਕਹਿੰਦੇ ਗੁਰੂ ਰਾਮਦਾਸ ਜੀ ਦੇ ਛੰਦ ਪੜ੍ਹ ਕੇ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜ। ਸ੍ਰੀ ਆਸਾ ਜੀ ਦੀ ਵਾਰ ਦਾ ਆਲਾਪ ਸ਼ੁਰੂ ਹੋਇਆ ਹੈ। ਹੋਤ ਪ੍ਰਾਤ ਕੋ ਭੋਗ ਸੋ ਪਾਏ, ਔਰ ਜਦੋਂ ਸੂਰਜ ਦੀ ਪਹਿਲੀ ਕਿਰਨ ਧਰਤੀ ਤੇ ਪੈਂਦੀ ਹੈ, ਉਦੋਂ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਚੰਦ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਮਨਿਓ ਚਾਹਤ ਧਰੇ ਆਨੰਦ, ਹੁਣ ਸਸਰਾਮ ਨਗਰ ਤੋਂ ਅੱਗੇ ਜਾਣਾ ਚਾਹੁੰਦੇ ਹਨ। ਅੱਜ ਚਾਲਾ ਪਾਣ ਦੀ ਤਿਆਰੀ ਕਰਦੇ ਹਨ। ਵਾਹਨ ਸਗਰੇ ਕਰ ਕੈ ਤਿਆਰ, ਸਾਰੇ ਗੱਡੇ, ਰੇੜੇ, ਰੱਥ, ਘੋੜੇ, ਸਾਰੀਆਂ ਸਵਾਰੀਆਂ ਤਿਆਰ ਹੋ ਗਈਆਂ ਨੇ। ਹੋਤ ਭਏ ਤਤ ਛਿਨ ਅਸਵਾਰ, ਮਹਾਰਾਜ ਘੋੜੇ ਤੇ ਸਵਾਰ ਹੋਏ ਨੇ। ਕਿਤਕ ਦੂਰ ਸੰਗਤ ਸੰਗ ਆਈ, ਤੇ ਕੁਝ ਦੂਰ ਤੱਕ ਸੰਗਤਾਂ ਨਾਲ ਆਈਆਂ ਨੇ। ਕਰ ਕਰ ਪ੍ਰੇਮ ਚਰਨ ਲਪਟਾਈ, ਬੜੇ ਪ੍ਰੇਮ ਨਾਲ ਮਹਾਰਾਜ ਦੇ ਚਰਨਾਂ ਨਾਲ ਲਿਪਟੇ ਨੇ। ਸੱਚੇ ਪਾਤਸ਼ਾਹ ਤੁਸੀਂ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਸਾਨੂੰ ਤਾਰਿਆ ਸਾਡੇ ਨਗਰ ਵਿੱਚ ਆਏ ਹੋ। ਦੇ ਦੋ ਧੀਰਜ ਸਤਿਗੁਰ ਮੋਰੀ, ਮਹਾਰਾਜ ਨੇ ਧੀਰਜ ਦੇ ਕੇ ਸੰਗਤ ਨੂੰ ਮੋੜਿਆ, ਜਾਓ ਭਾਈ ਹੁਣ ਆਪਣੇ ਘਰਾਂ ਨੂੰ ਅਸੀਂ ਅੱਗੇ ਜਾਵਾਂਗੇ। ਆਪ ਪਿਆਨੇ ਪੂਰਬ ਓਰੀ, ਆਪ ਮਹਾਰਾਜ ਜੀ ਪੂਰਬ ਵੱਲ ਮੁਰਪਿਤ ਪੂਰਬ ਕੀ ਇਸ ਪਿਆਨਾ ਅਗਾਂਹ ਨੂੰ ਹੋਰ ਪਟਨੇ ਸਾਹਿਬ ਵੱਲ ਜਾ ਰਹੇ ਨੇ। ਹੁਣ ਮਹਾਰਾਜ ਜੀ ਗਿਆ ਜੋ ਇੱਕ ਬਹੁਤ ਵੱਡਾ ਸਥਾਨ ਹੈ, ਤੀਰਥ ਹੈ, ਉੱਥੇ ਵੀ ਚਰਨ ਪਾਣਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ